Resilience Law Academy. Welcome, Mr. Hanoor Singh, third rank in ADJ Punjab, please. बहुत बहुत मुबारक ਤੁਹਾਨੂੰ। Thank you so much. Thank How are you feeling about this right now? you. Great, sir. बहुत ਵਧੀਆ ਮਿਲੇ ਮੈਨੂੰ ਬਹੁਤ ਵਧੀਆ ਜੀ। ਬਹੁਤ ਵਧੀਆ How is the family reacting? ਤੁਹਾਡੇ ਸਾਹਮਣੇ ਬਹੁਤ ਖੁਸ਼ ਹੈ ਬੱਚੇ, ਬਹੁਤ ਵਧੀਆ ਮੈਡਮ ਹੈ ਨਾ, ਸਾਰਾ ਵਧੀਆ ਸਭ ਬਹੁਤ ਖੁਸ਼ ਹੈ ਬਹੁਤ ਠੀਕ ਹੈ ਜੀ। ਹਾਂਜੀ ਇਹ ਸਰ ਜਰਨੀ ਕਿਵੇਂ ਸਟਾਰਟ ਹੋਈ ਸਰ? ਜਰਨੀ ਐਕਚੁਅਲੀ ਮੈਂ ਪਹਿਲਾਂ ਬੀਕਾਮ ਕੀਤੀ ਸੀ ਜੀ ਫਿਰ ਉਦੋਂ ਨਹੀਂ ਕੋਈ ਸੀਗਾ ਕਿ ਮੈਂ ਲਾਅ ਵੱਲ ਜਾਣਾ ਜਾਂ ਕਿਸ ਤਰ੍ਹਾਂ Right. ਫਿਰ ਲਾਈਫ 'ਚ ਤੁਹਾਨੂੰ ਕੋਈ ਮਿਲ ਜਾਂਦਾ ਫਿਰ ਤੁਹਾਡੀ ਸੋਚ ਬਣਦੀ ਹੈਗੀ ਕਿ ਮਤਲਬ ਮੈਂ ਇਸ ਫੀਲਡ ਵੱਲ ਜਾਣਾ ਤੇ ਠੀਕ ਹੈ ਫਿਰ LLB ਸਟਾਰਟ ਕੀਤੀ ਸੀ LLB ਤੋਂ ਬਾਅਦ LLM ਸ਼ੁਰੂ ਕੀਤੀ ਸੀ ਠੀਕ ਹੈ ਜੀ। ਫਿਰ ਦੇਰ ਆਫਟਰ ਉਸ ਤੋਂ ਬਾਅਦ ਕੁਝ ਬਚਿਆ ਨਹੀਂ ਸੀਗਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਮਤਲਬ ਮੇਰੇ ਕੋਲ ਆਪਸ਼ਨ ਸੀਗੀਆਂ ਜੀ ਆਈਦਰ ਕਿ ਮੈਂ ਆਪਣਾ ਬਿਜ਼ਨਸ ਹੀ ਵੱਲ ਜਾਣਾ ਦੀ ਫੈਮਿਲੀ ਬਿਜ਼ਨਸ ਓਕੇ ਜਾਂ ਪ੍ਰੈਕਟਿਸ ਜਾਂ ਫਿਰ ਕੋਈ ਕੰਪੀਟੀਟਿਵ ਕੰਪੀਟੀਸ਼ਨ ਰਾਈਟ ਉਦੋਂ ਫਿਰ ਲਾਈਫ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਮਿਲ ਜਾਂਦਾ ਜੀ ਫਿਰ ਸੰਦੀਪ ਸਿੰਘ ਬਾਜਵਾ ਮਿਲੇ ਜੀ ਮੈਨੂੰ ਦੀ ਗ੍ਰੇਟ ਪਰਸਨੈਲਿਟੀ ਰਾਈਟ ਉਹਨਾਂ ਨੇ ਫਿਰ ਸਾਰਾ ਗਾਈਡ ਕੀਤਾ ਜੀ ਫਿਰ ਮੈਂ ਤਿਆਰੀ ਸ਼ੁਰੂ ਕੀਤੀ ਹੈ JNUST ਦੀ ਓਕੇ ਤੇ ਬਟ ਹੁਣ ਮੈਂ ਕਹਾਂਗਾ ਫੋਰਚੂਨੇਟਲੀ ਉਦੋਂ ਨਹੀਂ ਹੋਇਆ ਮੇਰਾ ਜੀ ਤਾਂ ਹੁਣ ਉਹ ਬੈਟਰ ਹੈ ਸੀ ਕਿ ਜੇ ਮੈਂ ਉਸ ਵੇਲੇ ਰਿਗਰੈਟ ਕਰਦਾ ਕਿ ਮੇਰਾ ਕਿਉਂ ਨਹੀਂ ਹੋਇਆ ਜੇ ਉਹ ਫਿਰ ਮੈਂ ਇੱਥੇ ਨਹੀਂ ਪਹੁੰਚਣਾ ਸੀ ਕਦੇ ਕਿਉਂਕਿ ਪਰਮਾਤਮਾ ਨੇ ਕਈ ਵਾਰ ਸੋਚਿਆ ਹੁੰਦਾ ਹੈ ਕਿ ਤੁਹਾਨੂੰ ਵੱਡੀ ਥਾਂ ਤੇ ਲੈ ਕੇ ਜਾਣਾ ਜੀ ਸਾਡੀ ਸੋਚ ਛੋਟੀ ਹੁੰਦੀ ਹੈ ਓਕੇ ਸੋ ਅਲਟੀਮੇਟਲੀ ਇਹ ਬੈਨੀਫੀਸ਼ੀਅਲ ਰਿਹਾ ਤਾਂ ਬਹੁਤ ਕਿਤੇ ਨਾ ਕਿਤੇ ਫਿਰ ਮੈਂ ADA ਦਾ ਐਗਜ਼ਾਮ ਦਿੱਤਾ ਸੀਗਾ ਜੀ ਉਹ ਮੇਰਾ 2016 ਵਿੱਚ ਫਿਰ ਮੈਂ ਜੁਆਇਨ ਕੀਤਾ ਸੀਗਾ ਜੀ ਓਕੇ ਉਦੋਂ ਵੀ ਬਾਈ ਗੈਸ ਮੇਰਾ 7th ਕੀ 8th ਰੈਂਕ ਆਇਆ ਸੀਗਾ ਰਾਈਟ ਜੀ ਜੀ okay so Anuj ji, how did you manage your government job as well as studies of this thorough study of ADJ preparation? ਮੈਂ ਕਲੀਅਰਲੀ ਮੈਨੂੰ ਵੈਸੇ ਸਾਰੇ ਕਹਿੰਦੇ ਸੀਗੇ ਕਿ ਜੇ ਤੁਸੀਂ JMIC ਜਾਂ ਐਜ਼ ਅ ਜੱਜ ਲੱਗਣਾ ਤਾਂ ਕੰਟੀਨਿਊ ਰੱਖੋ ਕਿਸੇ ਵੀ ਸਟੇਟ ਦਾ ਜਾਂ ਕੋਈ ਵੀ ਐਗਜ਼ਾਮ ਦਿੰਦੇ ਰਹਿਣਾ ਜੀ ਟੂ ਬੀ ਵੈਰੀ ਫਰੈਂਕ ਮੈਂ ਇਸ ਪੀਰੀਅਡ ਦੌਰਾਨ ਜਦੋਂ ਮੈਂ ADA ਸਿਲੈਕਟ ਹੋ ਗਿਆ ਰਾਈਟ ਉਸ ਤੋਂ ਬਾਅਦ ਮੈਂ ਕੋਈ ਐਗਜ਼ਾਮ ਨਹੀਂ ਦਿੱਤਾ ਠੀਕ ਹੈ ਜੀ ਬਟ ਐਜ਼ ADA ਉਹ ਜੌਬ ਨੇ ਮੈਨੂੰ ਇੰਨਾ ਕੁ ਸਿਖਾਇਆ ਉਹ ਵੀ ਇੱਕ ਤਰੀਕੇ ਦੀ ਪੜ੍ਹਾਈ ਸੀਗੀ ਜਦੋਂ ਜੀ। ਪੁਲਿਸ ਅਫੀਸ਼ੀਅਲਸ ਸਾਨੂੰ ਕਾਲ ਕਰਦੇ ਆ ਕੋਈ ਐਡਵਾਈਸ ਮੰਗਦੇ ਹੈਗੇ ਉਹ ਸਾਨੂੰ ਬੁੱਕਸ ਦੇ ਪੜ੍ਹਨ ਦਿੰਦੇ ਆ ਉੱਥੋਂ ਸਾਨੂੰ ਨਵੀਂ ਚੀਜ਼ ਬਾਰੇ ਹਰ ਬਾਰ ਕੁਛ ਨਾ ਕੁਛ ਨਾ ਬਿਲਕੁਲ ਸਿੱਖਣ ਨੂੰ ਮਿਲਦਾ ਹੈ ਹਰ ਦਿਨ ਅਸੀਂ ਇਹੀ ਸੋਚ ਲੈ ਕੇ ਜਾਂਦੇ ਸੀ ਕਿ ਅੱਜ ਕੁਝ ਨਵਾਂ ਸਿੱਖਣਾ ਹੋਗਾ ਈਵਨ ਕਈ ਵਾਰ ਇਹ ਨਹੀਂ ਹੁੰਦਾ ਹੈਗਾ ਕਿ ਤੁਹਾਨੂੰ ਬੁੱਕਸ ਤੋਂ ਜਾਂ ਤੁਹਾਡੇ ਸੀਨੀਅਰ ਹੀ ਤੁਹਾਨੂੰ ਸਿਖਾਉਂਦੇ ਕਈ ਵਾਰ ਪ੍ਰੈਕਟੀਕਲੀ ਤੁਹਾਡੇ ਤੋਂ ਕੋਈ ਕਾਂਸਟੇਬਲ ਵੀ ਹੋਣਗੇ ਜਾਂ MIC ਹੋਣਗੇ ਉਹ ਵੀ ਤੁਹਾਨੂੰ ਬਹੁਤ ਪ੍ਰੈਕਟੀਕਲੀ ਕੁਝ ਸਿਖਾ ਦਿੰਦੇ ਆ ਬਿਲਕੁਲ ਜੀ ਤੇ ਮੈਂ ਇੰਨਾ ਓਪਨ ਮਾਈਂਡਡ ਮਤਲਬ ਕੋਈ ਡਿਫੈਂਸ ਕਾਉਂਸਲ ਵੀ ਹੋਣਗੇ ਕਈ ਵਾਰ ਮਤਲਬ ਉਹਨਾਂ ਕੋਲ ਗਾਈਡੈਂਸ ਕਰਨਾ ਬਿਲਕੁਲ ਸੋ ਵਨ ਮਸਟ ਨੈਵਰ ਸ਼ਾਈ ਬਿਲਕੁਲ ਕੋਈ ਇੰਨਾ ਨਹੀਂ ਆਦਾ ਹੈਗਾ ਜ਼ਰੂਰੀ ਨਹੀਂ ਹੈਗਾ ਕਿ ਮਤਲਬ ਜੇ ਤੁਸੀਂ ਕਿਸੇ ਪੋਸਟ ਤੇ ਪਹੁੰਚ ਗਏ ਜਾਂ ਜੇ ਮੈਂ ਟੀਚਰ ਮੈਂ ਕਿਸੇ ਨੂੰ ਪੜ੍ਹਾ ਰਿਹਾ ਜ਼ਰੂਰੀ ਨਹੀਂ ਹੈਗਾ ਕਈ ਵਾਰ ਤੁਹਾਨੂੰ ਕੋਈ ਬੱਚਾ ਕੁਝ ਪੜਿਆ ਉਹ ਤੁਹਾਨੂੰ ਦੱਸ ਨਵੀਂ ਚੀਜ਼ ਦੱਸ ਸਕਦਾ ਬਿਲਕੁਲ ਕਿ ਉਹ ਚੀਜ਼ ਨੂੰ ਮੈਂ ਆਪਣੇ ਦਿਮਾਗ 'ਚ ਰੱਖਿਆ ਕਿ ਮੈਂ ਸਭ ਕੁਝ ਨਹੀਂ ਮੈਨੂੰ ਆਉਂਦਾ ਜੀ ਮਤਲਬ ਉਹੀ ਚੀਜ਼ ਮੇਰਾ ਪ੍ਰੋਸੈਸ ਚੱਲਦਾ ਰਿਹਾ ਹਰ ਰੋਜ਼ ਕੁਝ ਨਾ ਕੁਝ ਸਿੱਖ so it means even after getting degree and after getting ADA job ਬਿਲਕੁਲ you still regarded yourself as a student of law ਬਿਲਕੁਲ right ਮਤਲਬ ਕਿ ਤੁਹਾਨੂੰ ਇਸ ਚੀਜ਼ ਨੇ ਅੱਗੇ ਵਧਣ ਚ ਪੂਰੀ ਮਦਦ ਕੀਤੀ ਹੈ ਇਹਦੇ ਨਾਲ ਇਹ ਸੀਗਾ ਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਬੁੱਕਸ ਤੋਂ ਹੀ ਪੜ੍ਹ ਲੈਂਦੇ ਹੋ ਉਹੀ ਪੜ੍ਹਾਈ ਹੈਗੀ ਬਿਲਕੁਲ ਵੀ ਨਹੀਂ ਜੋ ਤੁਸੀਂ ਕੇਸ ਸਟੱਡੀ ਹੁੰਦੀ ਹੈ ਜੋ ਤੁਹਾਡੇ ਕੋਲ ਚਲਾਨ ਚੈਕਿੰਗ ਆਉਂਦੀ ਹੈਗੀ ਉਹ ਤੋਂ ਵੀ ਬਹੁਤ ਕੁਝ ਪ੍ਰੈਕਟੀਕੈਲਿਟੀ ਇਜ਼ ਆਲਸੋ ਇੰਪੋਰਟੈਂਟ ਬਹੁਤ ਰਾਈਟ ਸਰ ਤੇ ਫਿਰ ਜਦੋਂ ਸਰ ਤਿਆਰੀ ਸ਼ੁਰੂ ਕੀਤੀ ਮੇਨਸ ਕਲੀਅਰ ਹੋਇਆ ਹਾਊ ਡਿਡ ਯੂ ਫਾਈਂਡ ਦੀ ਇੰਟਰਵਿਊ ਪੈਨਲ ਆਫ ਰੈਜ਼ਲਟਸ ਕੈਂਡੀ that helped you a lot ਬਹੁਤ ਹੈਲਪਫੁਲ ਸੀਗਾ ਜੀ ਐਕਚੁਅਲੀ ਮੈਂ ਕਦੀ ਵੀ ਇੰਟਰਵਿਊ ਤੱਕ ਪਹੁੰਚ ਹੀ ਨਹੀਂ ਸਕਿਆ ਸੀਗਾ ਮੈਂ ਲਾਸਟ ਟਾਈਮ ਮੈਂ 2023 ਵਿੱਚ ਦਿੱਤਾ ਸੀਗਾ ਜੀ ਉਦੋਂ ਮੇਰਾ ਮੇਨ ਸੀਗਾ 6 ਮਾਰਕਸ ਦਾ ਮਤਲਬ ਰਹਿ ਗਿਆ ਸੀਗਾ ਸਿਵਲ 1 ਓਕੇ ਬਟ ਉਹੀ ਚੀਜ਼ ਤੇ ਵਰਕਆਊਟ ਕੀਤਾ ਸੀਗਾ ਜੀ ਫਿਰ ਮੇਨਸ ਕਲੀਅਰ ਹੋ ਗਿਆ ਇੰਟਰਵਿਊ ਤਾਂ ਚਲੋ ਬਿਲਕੁਲ ਨਵੀਂ ਚੀਜ਼ ਸੀਗੀ ਮੇਰੇ ਲਈ ਠੀਕ ਹੈ ਜੀ ਤੇ ਰਾਹੁਲ ਸਰ ਨਾਲ ਕੰਟੈਕਟ ਕੀਤਾ ਸੀ ਓਕੇ ਜੀ ਮੌਕ ਇੰਟਰਵਿਊਜ਼ ਲਗਾਈਆਂ ਸੀ ਜੀ ਤੇ ਉਹ ਚੀਜ਼ ਨੇ ਮੈਨੂੰ ਬਹੁਤ ਕੁਝ ਗਾਈਡੈਂਸ ਵੀ ਮਿਲੀ ਸੀ ਰਾਈਟ ਮਤਲਬ ਉਸ ਚੀਜ਼ ਤੇ ਵਰਕਆਊਟ ਕਰਕੇ
ਤੇ ਬਸ ਅੱਜ ਮੈਂ ਇੱਥੇ ਬੈਠਾ ਠੀਕ ਹੈ ਜੀ। ਤੇ ਜਿਹੜਾ ਇੰਟਰਵਿਊ ਪੈਨਲ ਨੇ ਤੁਹਾਨੂੰ ਇਸ ਅਕੈਡਮੀ ਨੇ ਮਾਹੌਲ ਬਣਾਇਆ, ਜੀ ਉਹ ਸੇਮ ਮਾਹੌਲ ਤੁਹਾਨੂੰ ਇੰਟਰਵਿਊ ਪੈਨਲ ਬਿਲਕੁਲ ਮਿਲਿਆ? ਐਗਜ਼ੈਕਟਲੀ ਜੀ ਉਹ ਬਿਲਕੁਲ ਮੈਂ ਉਹੀ ਕਹਿ ਰਿਹਾ ਸੀ ਕਿ ਮਤਲਬ ਬਹੁਤ ਚੀਜ਼ ਹੈਲਪਫੁਲ ਰਹੀ ਮੇਰੇ ਲਈ। ਇੱਕ ਬੰਦਾ ਹੁੰਦਾ ਕਿ ਕੁਝ ਨਵਾਂ ਨਹੀਂ ਲੱਗਦਾ ਉਹਨੂੰ, ਮਤਲਬ ਉਹ ਸਾਰਾ ਹੀ ਉਸੇ When you get used to it, ਤਾਂ ਤੁਸੀਂ ਡਰਦੇ ਨਹੀਂ ਉੱਥੇ ਜਾ ਕੇ। ਬਿਲਕੁਲ ਰਾਈਟ, ਠੀਕ ਹੈ ਸਰ। ਜਦੋਂ ਮਤਲਬ ਕਿ ਤੁਹਾਡਾ ਇੰਟਰਵਿਊ ਹੋਇਆ, ਹਾਊ ਵਾਸ देयर ਬਿਹੇਵੀਅਰ ਟੁਵਰਡਸ ਯੂ ਐਜ਼ ਅ ਕੈਂਡੀਡੇਟ ਇੰਟਰਵਿਊ ਪੈਨਲ? ਕਿਉਂਕਿ ਕਈ ਬੱਚਿਆਂ ਨੂੰ ਬਹੁਤ ਡਰ ਹੁੰਦਾ ਹੈ, ਮੇਨਸ ਉਹ ਪ੍ਰੀਲਿਮਸ ਕਰ ਲੈਂਦੇ ਨੇ, ਮੇਨਸ ਕਰ ਲੈਂਦੇ ਨੇ, ਫਿਰ ਉਹ ਬਹੁਤ ਜ਼ਿਆਦਾ ਟੈਂਸਡ ਹੋ ਜਾਂਦੇ ਨੇ, ਡਿਫਰੈਂਟ ਜਗ੍ਹਾ ਤੇ ਜਾਂਦੇ ਨੇ, ਤੇ ਉਹਨਾਂ ਨੂੰ ਡਰ ਬਹੁਤ ਲੱਗਦਾ ਕਿ ਸਾਡਾ ਇੰਟਰਵਿਊ ਹੈ, ਭਗਵਾਨ ਹੋਏਗਾ ਨਹੀਂ ਹੋਏਗਾ, ਵਾਟ ਦੇ ਸ਼ੁਡ ਡੂ? ਪਹਿਲੀ ਗੱਲ ਤੇ ਇਹ ਹੈ ਕਿ ਦੇਖੋ ਹੋਣਾ ਨਹੀਂ ਹੋਣਾ ਇਹ ਪਰਮਾਤਮਾ ਤੋਂ ਜੀ। ਇਹ ਕੁਝ ਨਹੀਂ ਕਿ ਮਤਲਬ ਜੇ ਕਈ ਵਾਰ ਇਹ ਹੁੰਦਾ ਅਸੀਂ ਬਹੁਤ ਕੁਝ ਪੜ੍ਹ ਲੈਂਦੇ ਹੈਗੇ ਤੇ ਕਈ ਚੀਜ਼ਾਂ ਸਕਿਪ ਕਰ ਦਿੰਦੇ ਹਾਂ, ਉਹੀ ਚੀਜ਼ ਆ ਜਾਂਦੀ। ਓਕੇ, ਕਈ ਵਾਰ ਇਹ ਹੁੰਦਾ ਹੈ ਜਿੰਨੇ ਪੜ੍ਹੇ ਉਹਨਾਂ ਕੋਲ ਹੁੰਦਾ ਉਹਨਾਂ ਦੇ ਵਿੱਚ ਉਹਦੇ ਵਿੱਚੋਂ ਕਿਸਮਤ ਦੀ ਗੱਲ ਹੈ। ਵਿਦ ਰਿਗਾਰਡ ਟੂ ਇੰਟਰਵਿਊ ਪੈਨਲ ਉੱਤੇ ਕੁਝ ਵੀ ਨਹੀਂ, ਜੇ ਤੁਹਾਨੂੰ ਨਹੀਂ ਆਉਂਦਾ ਤੁਹਾਨੂੰ ਕੋਈ ਇਦਾਂ ਸ਼ੋਅ ਨਹੀਂ ਕਰਨਗੇ, ਮਤਲਬ ਕੋਈ ਤੁਹਾਨੂੰ ਇਦਾਂ ਫੀਲ ਵੀ ਨਹੀਂ ਹੋਏਗਾ ਕਿ ਮਤਲਬ ਉਹ ਤੁਹਾਨੂੰ ਤੁਸੀਂ ਸਵਾਲ ਦਾ ਜਵਾਬ ਨਹੀਂ ਦੇ ਪਾਏ। ਨਾਲੇ ਇਹ ਸਵਾਲ ਸਹੀ ਜਾਂ ਗਲਤ ਦੇਣ ਦੇ ਰਿਗਾਰਡਿੰਗ ਨਹੀਂ, ਉਹ ਬੇਸਿਕਲੀ ਹੈਗਾ ਕੌਨਫੀਡੈਂਸ ਲੈਵਲ ਤੁਹਾਡਾ ਦੇਖਦੇ ਹੈਗੇ। ਠੀਕ ਹੈ, ਨਹੀਂ ਆਉਂਦਾ ਸਿੰਪਲੀ ਤੁਸੀਂ ਮਤਲਬ ਐਵੇਂ ਉਹ ਫਰਾਡ ਕਰਕੇ ਬੰਦਾ ਕਹਿੰਦਾ ਨਾ ਕਿ ਮੈਂ ਗਲਤ ਨਹੀਂ ਬੋਲਣਾ ਹੈਗਾ, ਉਹ ਜੋ ਹੈ ਯੂ ਵਨ ਸ਼ੁਡ ਬੀ ਟਰੂ। ਬਿਲਕੁਲ ਜੀ, ਜੋ ਤੁਸੀਂ ਹੈਗੇ ਹੋ ਮੋਰ ਓਵਰ ਜਦੋਂ ਵਾਂਸ ਯੂ ਐਂਟਰਡ ਦੀ ਰੂਮ ਤੁਸੀਂ ਬਿਲਕੁਲ ਬਲੈਂਕ ਹੋ ਜਾਂਦੇ, ਕੋਈ ਤੁਹਾਡੀ ਹੋਰ ਚਲਾਕੀ ਜੇ ਹੋ ਤੁਸੀਂ ਕੁਝ ਤੁਸੀਂ ਜਿੰਨਾ ਮਰਜ਼ੀ ਕਰ ਲਓ ਕਿ ਮੈਂ ਇਹ ਬੋਲਾਂਗਾ ਇਹ ਕਰਾਂਗਾ, ਕੁਝ ਵੀ ਨਹੀਂ। ਬਿਲਕੁਲ ਓਕੇ, ਤੋ ਮਤਲਬ ਕਿ ਪ੍ਰੋਪਰ ਤੁਸੀਂ ਉਹਨੂੰ ਫੇਸ ਕੀਤਾ? ਬਿਲਕੁਲ ਜੀ, ਮੈਨੂੰ 1 ਮਿੰਟ ਵੀ ਨਹੀਂ ਲੱਗਾ ਕਿ ਮੈਂ ਫੰਬਲ ਕੀਤਾ ਜਾਂ ਮਤਲਬ ਕੁਝ ਵੀ। ਇੱਕ ਕੁਐਸਚਨ ਸੀਗਾ ਜੇ ਮੈਨੂੰ ਨਹੀਂ ਆਉਂਦਾ ਮੈਂ ਕਹਿ ਦਿੱਤਾ ਸੌਰੀ ਆਈ ਕੁਡ ਨਾਟ ਆਨਸਰ। ਮਤਲਬ ਇਹ ਚੀਜ਼ ਨਹੀਂ ਹੈਗਾ ਕਿ ਤੁਸੀਂ ਦੇਖੋ ਜੇ ਤੁਸੀਂ ਗਲਤ ਜਵਾਬ ਦੋਗੇ ਉਹ ਅੱਗੋਂ ਤੁਹਾਨੂੰ ਹੋਰ ਗ੍ਰਿਲ ਕਰਨਗੇ। ਹਾਂ, ਸੋ ਇਟਸ ਬੈਟਰ। ਬਿਲਕੁਲ even if you are sitting here as a ADJ, ਤੁਹਾਡਾ ਇੱਕ ਆਨਸਰ ਵੀ ਗਲਤ ਸੀ, even then ਬਿਲਕੁਲ you got selected। ਮੈਂ ਗਲਤ ਵੀ ਨਹੀਂ, ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਮੈਂ ਤਾਂ ਆਉਂਦਾ ਹੀ ਨਹੀਂ ਹੈ। ਲਾਅ ਇਹ ਚੀਜ਼ ਨਹੀਂ ਹੈਗੀ ਕਿ ਜੇ ਹੁਣ ਮੈਂ ਜੱਜ ਬਣ ਗਿਆ ਤਾਂ ਮੈਨੂੰ ਹਰੇਕ ਚੀਜ਼ ਬੰਦੇ ਨੂੰ ਪਤਾ ਹੋਵੇ। ਬਿਲਕੁਲ ਜੀ, ਬਿਲਕੁਲ। ਤੁਹਾਨੂੰ ਹੁਣ ਔਨ ਦਾ ਸਪੋਟ ਦੇਖੋ ਜਦੋਂ ਅਸੀਂ ਸੀਟ ਤੇ ਬੈਠਾ ਉਦੋਂ ਬੰਦੇ ਕੋਲ ਟਾਈਮ ਹੁੰਦਾ, ਬੰਦਾ ਉਸ ਚੀਜ਼ ਨੂੰ ਪੜ੍ਹ ਸਕਦਾ। କିନ୍ତୁ ਹੁਣ ਮੈਂ ਤੁਹਾਨੂੰ ਕਿਸੇ ਵੀ ਟੌਪਿਕ ਤੇ ਕਹਿਣਾ ਜ਼ਰੂਰੀ ਨਹੀਂ ਹੈਗਾ ਕਿ ਐਜ਼ ਅ ਟੀਚਰ ਵੀ ਹਰੇਕ ਬੰਦੇ ਨੂੰ ਹਰੇਕ ਚੀਜ਼ ਬਿਲਕੁਲ ਆਪਾਂ ਉਹਦੇ ਬਾਰੇ ਉੱਥੇ ਇਹ ਹੁੰਦਾ ਤੁਸੀਂ ਟਾਈਮ ਨਹੀਂ ਲੈ ਸਕਦੇ ਬਸ। ਸੋ ਇਟਸ ਬੈਟਰ ਟੂ ਸੇ ਸੌਰੀ ਰੈਦਰ ਦੈਨ ਟੂ ਸੇ ਬਿਲਕੁਲ ਵੀ ਕੈਨੋਟ ਫੂਲ them ਬਿਲਕੁਲ easily ਜੀ। ਸੋ ਅਲਟੀਮੇਟਲੀ ਇੰਟਰਵਿਊ ਇਜ਼ ਆਲ ਅਬਾਊਟ ਯੂਰ ਪਰਸਨੈਲਿਟੀ ਟੈਸਟ। ਬਿਲਕੁਲ, ਔਰ ਕੌਨਫੀਡੈਂਸ ਲੈਵਲ ਉਹਨਾਂ ਦੇ the way you talk, the way you respond, ਉਹ ਤੁਹਾਡਾ ਬੋਡੀ ਲੈਂਗੁਏਜ ਕੌਨਫੀਡੈਂਸ ਮੇਨ, ਕਿਉਂਕਿ ਨੌਲੇਜ ਟੈਸਟ ਤੇ ਆਲਰੇਡੀ ਤੁਹਾਡਾ ਹੋ ਹੀ ਗਿਆ ਜੀ, ਉਹ ਜੋ ਮੇਨਸ ਹੋ ਗਿਆ ਉਹ ਬਾਕੀ ਦੀ ਪਰਸਨੈਲਿਟੀ ਇਹੀ ਚੀਜ਼ ਜਿਹੜੀ ਸੀਗੀ ਜਦੋਂ ਮੌਕ ਇੰਟਰਵਿਊ ਹੋਈ ਸੀਗੀ ਨਾ ਜੀ। ਮੈਨੂੰ ਹੁਣ ਉਹਨਾਂ ਦਾ ਨਾਮ ਤੇ ਨਹੀਂ, ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਸੀਗੇ ਕਿ ਜ਼ਰੂਰੀ ਨਹੀਂ ਹੈਗਾ ਲਾਅ ਹਰੇਕ ਨੂੰ ਹਰੇਕ ਚੀਜ਼ ਪਤਾ ਹੋਏ ਜੀ। ਇਹੀ ਗੱਲ ਮੈਂ ਆਪਣੇ ਦਿਮਾਗ 'ਚ ਰੱਖੀ ਸੀਗੀ, ਜੇ ਨਹੀਂ ਆਏਗਾ ਜਾਂ ਕੁਝ ਸਿੰਪਲੀ ਸੌਰੀ ਓਕੇ मैं गलत नहीं कहूंगा। I will not try to be over smart। नहीं आता I will say sorry and continue with it। क्योंकि अगर ਤੁਸੀਂ ਇੰਟਰਵਿਊ 'ਚ ਗਲਤ ਦਿੰਦੇ ਹੋ ਗ੍ਰਿਲਿੰਗ ਬਹੁਤ ਜ਼ਿਆਦਾ। ਬਿਲਕੁਲ ਉਹ ਕੁਐਸਚਨ ਦਾ ਵੀ ਇਦਾਂ ਸੀਗਾ ਜੀ, ਜਦੋਂ ਜਿੰਨਾ ਕਿਤੇ ਸਾਨੂੰ ਪਤਾ ਹੁੰਦਾ ਉਹਨਾਂ ਕੋ ਬੰਦਾ ਦੱਸ ਦਿੰਦਾ ਹੈਗਾ ਜੀ। ਜਦੋਂ ਤੁਹਾਨੂੰ ਨਹੀਂ ਪਤਾ when you are not at all sure about that, yes, ਉਹ ਚੀਜ਼ ਨਾ ਕਹਿਣਾ ਕਿ ਮਤਲਬ ਅਦਰਵਾਈਜ਼ ਉਹ ਇਹੀ ਹੋਏਗਾ ਕਿ that he is sure about that thing ਤੇ ਉਹੀ ਚੀਜ਼ ਕਹਿ ਰਿਹਾ ਹੈ। right ਜੀ। so how did your colleagues reacted about your selection? ਦੇਖੋ ਕਲੀਗਸ ਸਾਰੇ ਨੇ ਕੰਗ੍ਰੈਚੁਲੇਟ ਕੀਤਾ ਹੈਗਾ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਵੀ ਨਾਲ ਜੁੜੇ ਹੋਏ ਸੀਗੇ ਜੀ। ਬਟ ਕਿਤੇ ਨਾ ਕਿਤੇ ਆਪ ਨੂੰ ਵੀ ਲੱਗਦਾ ਕਿ ਦੇਖੋ ਜੇ 7 ਪੋਸਟ ਹੈ ਤੇ ਬੰਦੇ ਤੇ ਉਨਾ ਹੀ ਹੈ ਜੀ। ਹਰੇਕ ਨੂੰ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਜੀ, ਜੇ ਪੋਸਟ 7 ਹੈਗੀਆਂ ਸੀਗੀਆਂ ਤੇ ਬੰਦੇ 7 ਹੀ ਹੈਗੇ, ਬਾਕੀ ਜਿਨ੍ਹਾਂ ਦਾ ਨਹੀਂ ਹੋਇਆ ਅਸੀਂ ਉਹ ਦਿਲ ਤੇ ਨਾ ਲਾਈਏ, ਅੱਗੋਂ ਮਿਹਨਤ ਹੋਰ ਕਰੀਏ ਕਿ ਮਤਲਬ ਨੈਕਸਟ ਟਾਈਮ ਜੇ ਜਸਟਿਸ ਕਰਨਾ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਜੱਜ ਬਣ ਕੇ ਹੀ ਕਰਨਾ। ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ, ਐਜ਼ ਐਨ ਐਡਵੋਕੇਟ ਵੀ ਤੁਸੀਂ ਕਰ ਸਕਦੇ ਹੋ। ਹੁਣ ਮੈਂ ਏਡੀਏ ਰਿਹਾ 9 ਸਾਲ ਨੂੰ, ਉਹ 9 ਸਾਲ ਵਿੱਚ ਮੈਂ ਬਹੁਤ ਕੁਝ ਸਿੱਖਿਆ। ਤੁਸੀਂ ਉਸ ਸੀਟ ਤੇ ਰਹਿ ਕੇ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਉਸ ਕਰਕੇ ਹੀ ਮੈਂ ਅੱਜ ਸ਼ਾਇਦ ਜੱਜ ਬਣਿਆ।
9 ਸਾਲ ਦਾ ਐਕਸਪੀਰੀਅੰਸ ਜੋ ਮੈਂ ਗੇਨ ਕੀਤਾ, ਜੇ ਮੈਂ ਪਹਿਲਾਂ ਲੱਗ ਵੀ ਜਾਂਦਾ ਨਾ 2014 ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਵਧੀਆ ਕਰ ਪਾਉਂਗਾ। ਜੀ ਕਿਉਂਕਿ ਇਸ ਚੀਜ਼ ਨੇ ਮੈਨੂੰ ਗਵਰਨਮੈਂਟ ਦੀ ਮਸ਼ੀਨਰੀ ਸੀ ਸਾਰੀ ਵਰਕਿੰਗ ਸਾਰਾ ਸਿਖਾਇਆ ਵੀ ਕੀ ਹੋ ਗਿਆ, ਹਾਊ ਆਪਰੇਟਰਸ ਮੂਵਸ ਔਨ। ਬਿਲਕੁਲ ਰਾਈਟ। ਓਕੇ, ਸੋ ਅਲਟੀਮੇਟਲੀ ਤੁਸੀਂ ਐਨੀ ਵਰਡ ਆਫ ਸੁਜੈਸ਼ਨ ਬੱਚਿਆਂ ਲਈ ਕੀ ਕਹਿਣਾ ਚਾਹੋਗੇ, ਦੋਜ਼ ਹੂ ਆਰ ਐਸਪੀਰੈਂਟਸ? ਬੱਚਿਆਂ ਲਈ ਪਹਿਲਾਂ ਤਾਂ ਇਹ ਦੱਸਣ ਕਿ ਮਤਲਬ ਕੀ ਇਹਨਾਂ ਨੂੰ ਦਿੱਕਤ ਹੈਗੀ ਜਾਂ ਦੇਖੋ ਬੱਚਿਆਂ ਨੂੰ ਸਭ ਤੋਂ ਬੜਾ ਚੈਲੰਜ ਇਹ ਆਉਂਦਾ ਜੀ, ਹਾਊ ਟੂ ਡੀਲ ਵਿਦ ਦੀ ਪ੍ਰੈਸ਼ਰ ਵਾਈਲ ਯੂ ਆਰ ਪ੍ਰੀਪੇਅਰਿੰਗ when you are not on any job, like you were in a ADA and you got selected and you did a job for 9 years together. ਬਿਲਕੁਲ ਕਈ ਬੱਚਿਆਂ ਦਾ ਹੁੰਦਾ ਕਿ ਉਹ ਜੌਬ ਨਹੀਂ ਮਿਲ ਪਾਉਂਦੀ ਉਹਨਾਂ ਨੂੰ। ਜੀ ਲੜਕੀਆਂ ਦੇ ਕੇਸ ਵਿੱਚ ਪ੍ਰੈਸ਼ਰ ਬੜਾ ਹੁੰਦਾ ਮੈਰਿਜ ਦਾ, ਜੀ ਲੜਕਿਆਂ ਦੇ ਕੇਸ 'ਚ ਪ੍ਰੈਸ਼ਰ ਹੁੰਦਾ ਕਿ ਲਾਈਫ ਸੈਟਲ ਹੋਣਾ ਹੈ। ਬਿਲਕੁਲ ਹਾਊ ਦੇ ਸ਼ੁਡ ਡੀਲ ਵਿਦ ਇਟ ਕਿ ਜੀ ਨਹੀਂ ਮਿਲ ਰਿਹਾ ਤਾਂ ਇੱਕ ਲਾਅ ਦਾ profession ਇਦਾਂ ਦਾ ਕਿ ਯੂ ਹੈਵ ਐਂਪਲ ਓਪਰਚੁਨਿਟੀਜ਼, ਬਿਲਕੁਲ ਸ਼ੁਡ ਦੇ ਐਕਸਪਲੋਰ ਦੋਸ? ਬੇਸਿਕਲੀ ਕੀ ਹੈਗਾ, ਇੱਕ ਤੇ ਜਦੋਂ ਸਾਡੀ ਸੋਚ ਬਣ ਜਾਂਦੀ ਨਾ ਕਿ ਅਸੀਂ ਜੱਜ ਬਣਨਾ ਹੈਗਾ, ਸਭ ਤੋਂ ਪਹਿਲਾਂ ਤੁਹਾਡੀ ਫਾਊਂਡੇਸ਼ਨ ਬਹੁਤ ਵਧੀਆ ਹੋਣੀ ਚਾਹੀਦੀ ਹੈ। ਬੇਸਿਕਸ ਜਿਹੜੇ ਹੈਗੇ ਨਾ, ਜੇ ਉਹ ਤੁਹਾਨੂੰ ਇੱਕ ਵਾਰ ਤੁਹਾਨੂੰ ਬੇਸਿਕਸ ਸਮਝ ਲੱਗ ਗਏ, ਉਹ ਤੁਸੀਂ ਭਾਵੇਂ ਐਜ਼ ਐਨ ਐਡਵੋਕੇਟ ਪ੍ਰੈਕਟਿਸ ਵੀ ਕਰ ਲਓ ਬਣਾ, ਤੁਹਾਨੂੰ ਤਾਂ ਵੀ ਬਹੁਤ ਅੱਗੇ ਤੁਸੀਂ ਜਾਓਗੇ। ਇਹ ਪੜ੍ਹਾਈ ਇਦਾਂ ਦੀ ਚੀਜ਼ ਹੈਗੀ, ਜੇ ਅੱਜ ਨਹੀਂ ਤੁਸੀਂ ਸਕਸੈਸ ਹੋਇਆ ਤੁਸੀਂ ਅਗਲੇ ਸਾਲ ਕਰੋਗੇ। ਇਹ ਚੀਜ਼ ਤੇ ਕਹਿ ਲਓ ਕਿ ਤੁਹਾਡਾ ਕਹਿਣਾ ਹੈਗਾ ਤੁਹਾਡੇ ਨਾਲ ਹੀ ਰਹਿਣਾ ਦੀ ਗੱਲ ਜੀ। ਸੋ ਫਾਊਂਡੇਸ਼ਨ ਤੇ ਤੁਸੀਂ ਅਸੀਂ ਇਹਦੇ ਵਿੱਚ ਜੋ ਮੈਂ ਫੀਲ ਕੀਤਾ ਹੈਗਾ, ਅਸੀਂ ਹਾਰਡ ਵਰਕ ਕਹਿੰਦੇ ਆ ਨਾ, ਵੈਸੇ ਸਮਾਰਟ ਸਟੱਡੀ ਜ਼ਿਆਦਾ ਕਰਨੀ ਚਾਹੀਦੀ। ਹਰੇਕ ਚੀਜ਼ ਦੀ ਸਟ੍ਰੈਟੇਜੀ ਹੁੰਦੀ ਹੈਗੀ, ਜੇ ਇੱਕ ਵਾਰ ਤੁਹਾਨੂੰ ਤੁਸੀਂ ਨਹੀਂ ਕਲੀਅਰ ਕਰ ਪਾਉਂਦੇ ਉਹਦੇ ਤੇ ਵਰਕਆਊਟ ਕਰੋ ਕਿ ਕੀ ਚੀਜ਼ ਰਹੀ ਜਿਹੜੀ ਮੈਂ ਚੀਜ਼ ਨਹੀਂ ਕਰ ਪਾਇਆ ਅਗਲੇ ਬੰਦੇ ਨੇ ਕਰ ਲਈ। ਲਾਸਟ ਟਾਈਮ ਕੀ ਹੋਇਆ ਸੀਗਾ, ਜਦੋਂ ਮੈਂ JMIC ਜਦੋਂ ਦਿੱਤਾ ਸੀਗਾ, ਉਦੋਂ ਮੇਰਾ 29 ਮਾਰਕਸ ਨਾਲ ਰਹਿ ਗਿਆ ਸੀਗਾ। ਜੀ ਉਹਦੇ ਵਿੱਚ ਕੀ ਸੀਗਾ, ਹੁਣ ਸਟ੍ਰੈਟੇਜੀ ਨਹੀਂ ਸੀ ਕਿ ਉਦੋਂ ਇਹ ਸੀਗਾ ਸਭ ਕੁਝ ਹੀ ਪੜ੍ਹੀ ਗਈ, ਸਾਰਾ ਕੁਝ ਓਵਰ ਜ਼ਿਆਦਾ ਪੜ੍ਹ ਲਿਆ, ਜਿਹੜਾ ਪੜ੍ਹਨਾ ਚਾਹੀਦਾ ਸੀ ਉਹਨੇ ਤੇ ਇੰਨਾ ਫੋਕਸ ਨਹੀਂ ਕੀਤਾ ਹੈ। ਸੋ ਪ੍ਰੀ ਲਈ ਤਾਂ ਚਲੋ ਹੈ ਸਾਰਾ ਕੁਝ ਹੀ ਪੜ੍ਹਨਾ ਪੈਣਾ, ਮੇਨਸ ਲਈ ਜਿਹੜੇ ਕੁਝ ਟੌਪਿਕਸ ਹੈਗੇ ਨੇ ਬਿਲਕੁਲ ਉਹਦੇ ਰਿਗਾਰਡਿੰਗ ਈਚ ਐਂਡ ਐਵਰੀਥਿੰਗ, ਕੇਸ ਲਾਜ਼ ਸਭ ਕੁਝ ਤੁਹਾਨੂੰ ਮਤਲਬ ਲੇਟੈਸਟ ਲਾਅ ਹੋ ਗਿਆ, ਬਿਲਕੁਲ ਫੇਮਸ ਲਾਅ ਹੋ ਗਿਆ, ਕੀ ਕਹਿ ਰਹੇ ਹੈ, ਇਫ ਯੂ ਆਰ ਗੋਇੰਗ ਫॉर ਪੰਜਾਬ ਐਂਡ ਹਰਿਆਣਾ ਸਾਡੀ ਕੋਰਟ ਉਸ ਬਾਰੇ ਕੀ ਕਹਿ ਰਹੇ ਹੈ, ਬਿਲਕੁਲ ਸੋ ਆਲ ਥੀਸ ਥਿੰਗਸ ਬੀ ਕਨਸਟੀਟਿਊਸ਼ਨ ਜਜਮੈਂਟਸ ਜਿਹੜੀਆਂ ਹੈਗੀਆਂ ਉਹ ਤੁਹਾਡੇ ਟਿਪਸ ਹੋਣੀਆਂ ਚਾਹੀਦੀਆਂ। ਬਿਲਕੁਲ ਇਹ ਜਿਹੜੀ ਚੀਜ਼ ਹੈਗੀ ਹੈ ਇਹ ਤੁਹਾਨੂੰ ਕਿਤੇ ਨਾ ਕਿਤੇ ਪੇ ਜ਼ਰੂਰ ਕਰਦੀ ਹੈਗੀ ਐਗਜ਼ਾਮ ਦੇ ਵਿੱਚ। ਹੁਣ ਮਤਲਬ ਕਈ ਵਾਰ ਇਹ ਹੁੰਦਾ ਹੈ ਉਹ ਕਨਸਟੀਟਿਊਸ਼ਨ ਬੈਂਚ ਜਜਮੈਂਟਸ ਨੂੰ ਉਹਦੇ ਵਿੱਚ ਕਈ ਵਾਰ ਡਾਇਰੈਕਟਲੀ ਪੁੱਛ ਲੈਂਦੇ, ਕਈ ਵਾਰ ਉਹਨੂੰ ਪ੍ਰੋਬਲਮੈਟਿਕ ਫਾਰਮ ਕੋਈ ਆ ਜਾਂਦੀ ਹੈ। ਬਿਲਕੁਲ ਰਾਈਟ। ਸੋ ਜੋ ਆਪਾਂ ਜਜਮੈਂਟਸ ਬੱਚਿਆਂ ਨੂੰ ਬੇਰੈਕਟ ਦੇ ਨਾਲ ਜਜਮੈਂਟਸ ਦੇ ਉੱਪਰ ਵੀ ਫੋਕਸ ਕਰਨਾ ਪੈਣਾ ਹੈ, ਲੇਟੈਸਟ ਐਸ ਵੈਲ ਐਸ 올ਡ ਫੇਮਸ ਐਸ ਵੈਲ ਐਸ ਕਨਸਟੀਟਿਊਸ਼ਨਲ ਜਜਮੈਂਟਸ ਦੇ ਉੱਪਰ ਵਰਕ ਆਊਟ। ਬਿਲਕੁਲ। ਸੋ ਹਰਨੂਰ ਜੀ ਇਹ ਗੱਲ ਦੱਸੋ ਬੱਚਿਆਂ ਨੂੰ, ਕਈਆਂ ਦਾ ਫਰਸਟ ਅਟੈਂਪਟ, ਸੈਕੰਡ ਅਟੈਂਪਟ, ਥਰਡ ਅਟੈਂਪਟ ਚ ਨਹੀਂ ਹੁੰਦਾ, they should continue with that। ਕੰਟੀਨਿਊ ਦੇਖੋ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ, ਇੱਕ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਜੀ ਲਾਈਫ ਵਿੱਚ। ਜੇ ਨਹੀਂ ਹੋ ਪਾ ਰਿਹਾ ਵਰਕਆਊਟ ਕਰੋ, ਜ਼ਰੂਰੀ ਨਹੀਂ ਹੈਗਾ ਆਪਾਂ ਉੱਥੇ ਚਲੋ ਸਟਕ ਹੋ ਜਾਈਏ ਕਿ ਅਸੀਂ ਉਹੀ ਕਰਨਾ ਹੋਰ ਚੀਜ਼ ਕਰਨੀ ਨਹੀਂ ਹੈਗੀ। ਐਗਜ਼ਾਮਸ ਤੇ ਚਲੋ ਬਹੁਤ ਕੁਝ ਮੈਂ ਸਟਾਰਟਿੰਗ ਤੇ ਮੈਂ ਵੀ ਕੀਤਾ ਸੀਗਾ, ਮੈਂ ਉਦੋਂ ਹਰਿਆਣੇ ਤੇ ਵੀ ਨਿਕਲਦੇ ਸੀਗੇ, ਹਾਂ ਪੰਜਾਬ ਵਾਲੇ ਇਕੱਠੇ ਨਿਕਲਦੇ ਸੀ ਉਸ ਟਾਈਮ। ADAs ਦਾ ਜਿਵੇਂ ਉਹ ਕੁਦਰਤੀ ਇਹ ਕਹਿ ਲਓ ਕਿ ਤਿਆਰੀ ਕਰ ਰਹੇ ਸੀ ਤਾਂ ADA ਦਾ ਹੋ ਗਿਆ। ਰਾਈਟ। ਜਦੋਂ ਅਸੀਂ ਪੜ੍ਹਦੇ ਉਹਨਾਂ ਕਿਆ ਹੈਗੇ ਨਾ ਉਹ ਫਿਰ ਸਾਡਾ ਉਹਨਾਂ ਕੋਈ ਰਹਿ ਜਾਂਦਾ। ਜਦੋਂ ਆਪਾਂ ਜ਼ਿਆਦਾ ਤਿਆਰੀ ਕਰਾਂਗੇ, ਕੇਸ ਲਾਜ਼ ਵਗੈਰਾ ਦੇਖਾਂਗੇ, ADA ਬਹੁਤ ਵਧੀਆ ਪੋਸਟ ਹੈ। ਮੈਂ ਤੁਹਾਨੂੰ ਹੁਣ ਵੀ ਕਹਿਣਾ, ਜੋ ਪ੍ਰੈਕਟੀਕਲ ਤੁਸੀਂ ਇੱਥੋਂ ਸਿੱਖਣਾ ਹੈਗਾ ਨਾ, ਪ੍ਰਾਈਵੇਟ ਪ੍ਰੈਕਟਿਸ ਚ ਪਤਾ ਨਹੀਂ ਤੁਹਾਨੂੰ ਕਿੰਨੀ ਦੇਰ ਲੱਗੇਗੀ। ਹਾਂ ਇਹ ਹੈ, ਕਿਉਂਕਿ ਯੂ ਗੈਟ ਚਾਂਸ ਟੂ ਵਰਕ ਆਊਟ ਵਿਦ ਗਵਰਨਮੈਂਟ ਅਫੀਸ਼ੀਅਲਸ, ਡਿਫੈਂਸ ਕਾਉਂਸਲ, ਵਿਦ ਜੱਜ, ਤਾਂ ਤੁਹਾਡਾ ਐਕਸਪੋਜ਼ਰ ਬਹੁਤ ਜ਼ਿਆਦਾ ਹੋਏਗਾ। ਸੋ ਅਲਟੀਮੇਟਲੀ ਸਟੂਡੈਂਟਸ ਸ਼ੁਡ ਟਰਾਈ ਟੂ ਗੈਟ ਅ ਜੌਬ ਫਰਸਟ। ਉਸ ਤੋਂ ਬਾਅਦ ਚਾਹੇ ਉਹਨਾਂ ਨੇ JMIC ਦੇਣਾ ਹੈ, ਚਾਹੇ CTJ ਦੇਣਾ ਹੈ, ਬਿਲਕੁਲ their focus should be on getting a job ਜੀ, and keep on studying law। ਤੁਸੀਂ ਪ੍ਰੈਕਟਿਸ ਵੀ ਕਰਦੇ ਹੋ ਵੀ ਤੁਹਾਡੀ ਇਹਨੂੰ ਐ ਨਾ, ਹੁਣ ਜਿਵੇਂ 3 ਸਾਲ ਦਾ ਹੈਗਾ, ਇਹ ਲੈ ਕੇ ਤੁਹਾਡੇ 3 ਸਾਲ ਖਤਮ ਉਹ 골ਡਨ ਚਾਂਸ ਹੈਗਾ। What do you think about that judgment? Are you satisfied with that experience ਕਿ JMIC ਲਈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ? ਇੱਕ ਹੁਣ ਇੰਡੀਵਿਜੂਅਲ ਓਪੀਨੀਅਨ ਹੁਣ ਤੇ ਆਨਰੇਬਲ ਕੋਰਟ ਨੇ ਡਿਸਾਈਡ ਕਰ ਦਿੱਤਾ 3 ਸਾਲ। ਹਾਂਜੀ। ਸੋ
ਅਕੋਰਡਿੰਗ ਟੂ ਮੀ ਕਿ ਠੀਕ ਹੈਗਾ ਜੀ, ਹੋਣਾ ਚਾਹੀਦਾ ਹੈ। ਬਿਲਕੁਲ ਵੀ, ਕਿਉਂਕਿ ਕਈ ਵਾਰ ਇਹ ਹੁੰਦਾ ਹੈਗਾ ਅਸੀਂ ਜੋ ਬੁੱਕਸ ਵਿੱਚੋਂ ਪੜ੍ਹ ਕੇ ਤੇ ਜੋ ਅਸੀਂ ਜਦੋਂ ਡਿਸਾਈਡ ਕਰਨਾ ਹੈਗਾ ਪ੍ਰੈਕਟੀਕਲ 'ਚ ਬਹੁਤ ਫਰਕ ਹੈ। ਬਹੁਤ ਜ਼ਮੀਨ ਬਹੁਤ ਆਸਮਾਨ ਫਰਕ ਦਾ ਹੈ। ਹੈਗਾ। ਠੀਕ ਹੈ। ਜਦੋਂ ਆਪਾਂ ਕੋਰਟ ਵਿੱਚ ਜਾਂਦੇ ਹੈਗੇ, ਜਦੋਂ ਡੀਲਿੰਗ ਹੁੰਦੀ ਪਬਲਿਕ ਡੀਲਿੰਗ, ਜਦੋਂ ਤੁਸੀਂ ਦੇਖਦੇ ਹੈਗੇ ਉਹ ਬੁੱਕਸ ਵਿੱਚ ਨਹੀਂ ਹੈ। ਨਹੀਂ ਹੈ ਜੀ, ਬਿਲਕੁਲ ਠੀਕ ਹੈ। ਸੋ ਅਲਟੀਮੇਟਲੀ ਇਟ ਇਜ਼ ਇਨ देयर ਫੇਵਰ, ਸਟੂਡੈਂਟਸ ਦੇ ਫੇਵਰ ਹੀ ਹੈ। ਇਹ ਹੁਣ ਉਹੀ ਹੈਗਾ ਨਾ, ਐਕਚੁਅਲੀ ਹੁਣ ਜਿਵੇਂ ਆਇਆ ਹੈਗਾ ਹਲੇ ਇਹ ਚੀਜ਼ ਨੂੰ ਅਸੈਪਟ ਕਰਦੇ ਮੈਂਟੈਲਿਟੀ ਕਿ ਜੇ ਉਸਦਾ ਬਣੇਗੀ ਬੱਚਿਆਂ ਦੀ ਬਿਲਕੁਲ ਕਿ ਨਹੀਂ ਇਹ ਸਾਡੀ ਬੈਟਰਮੈਂਟ ਦੀ ਹੀ ਹੈ। ਬਿਲਕੁਲ Ultimately, this will help out all the students when they will be sitting on dais as a judge. ਜੀ ਕਿ ਜੀ ਹਾਂ 3 ਸਾਲਾਂ ਚ ਅਸੀਂ ਕੁਝ ਸਿੱਖਿਆ ਬਿਲਕੁਲ, ਤੇ ਸਾਨੂੰ ਸੀਨੀਅਰ ਕਾਉਂਸਲ ਜਾਂ ਡਿਫੈਂਸ ਕਾਉਂਸਲ ਸਾਨੂੰ ਓਵਰਪਾਵਰ ਨਹੀਂ ਕਰ ਸਕਦਾ। ਬਿਲਕੁਲ ਜੀ ਜੀ ਜਦੋਂ ਸਾਨੂੰ ਇਹ ਦੇਖੋ ਪ੍ਰੈਕਟੀਕਲ ਜਦੋਂ ਸਿੱਖਦੇ, ਜਦੋਂ ਇੱਕ ਵਾਰ ਕਹਿੰਦੇ ਨਾ ਕੰਮ ਹੱਥੋਂ ਨਿਕਲਿਆ ਹੁੰਦਾ ਹੈ ਜੀ ਉਹੀ ਚੀਜ਼ ਅਗਲੀ ਵਾਰ ਈਜ਼ੀ ਲੱਗਦੀ ਹੈ। ਰਾਈਟ। ਜਦੋਂ ਬਿਲਕੁਲ ਹੀ ਬੰਦਾ ਬੁੱਕਸ ਪੜ੍ਹ ਕੇ ਆਪਾਂ ਕਰਾਂਗੇ ਜੀ ਸਟਾਰਟਿੰਗ ਚ ਹੀ ਬੈਠ ਜਾਂਦੇ ਆ, ਬਿਲਕੁਲ ਉਹ ਦਿੱਕਤ ਕਰਦੀ। ਸੋ ਅਲਟੀਮੇਟਲੀ ਤੁਹਾਡਾ ਮਤਲਬ ਕਿ ਇਹ ਥਰੂ ਆਊਟ ਦੀ ਜਰਨੀ ਰਾਈਟ ਨਾਓ ਯੂ ਆਰ ਥਿੰਕਿੰਗ ਕਿ ਮੇਰਾ JMIC ਨਹੀਂ ਹੋਇਆ ਤਾਂ ਮੈਂ ਦੇਖੋ ਮੈਂ ਉਦੋਂ ਵੀ ਨਹੀਂ ਸੋਚਿਆ ਸੀਗਾ ਮੇਰਾ ਨਹੀਂ ਹੋਇਆ, ਮੈਂ ਰਿਗਰੈਟ ਨਹੀਂ ਕੀਤਾ। ਮੈਂ ਐਕਚੁਅਲੀ ਕਲੀਅਰ ਸੀਗਾ ਜੇ ਮਤਲਬ ਪਰਮਾਤਮਾ ਨੇ ਚਾਹਿਆ ਤੇ ਹੋ ਜਾਣਾ ਹੈਗਾ, ਰਿਗਰੈਟ ਨਹੀਂ ਕਰਨਾ ਆਪਾਂ। ਬਿਲਕੁਲ ਨਹੀਂ। ਇਹ ਦੇਖੋ ਕਈ ਵਾਰ ਬੰਦਾ ਜ਼ਿਆਦਾ ਸੋਚਦਾ ਹੈਗਾ, ਕਈ ਡਿਪਰੈਸ਼ਨ ਵਿੱਚ ਚੱਲ ਜਾਣਾ, ਕਈ ਕੁਝ ਉਹ ਚੀਜ਼ ਕੋਈ ਕਰਨ ਦੀ ਲੋੜ ਨਹੀਂ ਹੈ। ਅਲਟੀਮੇਟਲੀ ਕੁਝ ਨਾ ਕੁਝ ਪਰਮਾਤਮਾ ਨੇ ਤੁਹਾਡੇ ਲਈ ਵਧੀਆ ਸੋਚਿਆ, ਜੋ ਹੋਣਾ ਉਹ ਹੋ ਜਾਣਾ, ਤੁਸੀਂ ਆਪਣੀ ਮਿਹਨਤ ਕਰਦੇ ਰਹੋ। ਬਿਲਕੁਲ ਠੀਕ ਹੈ ਜੀ। ਐਨੀ ਵਨ ਲਾਈਨ ਸ਼ਾਰਟ ਗਾਈਡੈਂਸ ਫॉर आवर स्टूडेंट्स ਕਿसी ਗਾਈਡੈਂਸ ਇਹੀ ਬਸ ਲੱਗੇ ਰਹੋ ਲੱਗੇ ਰਹੀਏ ਕਿ ਮਤਲਬ ਠੀਕ ਹੈ ਜੀ। ਕਦੇ ਵੀ ਦੇਖੋ ਇਹ ਤੇ ਹੈ, ਮੈਂ ਉਹੀ ਪਹਿਲਾਂ ਵੀ ਦੱਸਿਆ ਹੈਗਾ, ਹਰੇਕ ਬੰਦਾ ਜੱਜ ਨਹੀਂ ਬਣਦਾ ਹੈਗਾ ਜੀ, ਸੀਟਸ ਹੋਣੀਆਂ ਰਹਿਣੀਆਂ ਹੈਗੀਆਂ। ਪਰਮਾਤਮਾ ਨੇ ਤੁਹਾਡੇ ਲਈ ਬਹੁਤ ਵਧੀਆ ਸੋਚਿਆ ਹੋਇਆ ਜੀ। ਮੈਂ ਆਪਣਾ ਮੈਂ ਲਾਈਵ ਐਗਜ਼ਾਮਪਲ ਹੈ ਜੀ, ਸਾਡੀ ਸੋਚ ਛੋਟੀ ਹੋ ਸਕਦੀ ਪਰ ਪਰਮਾਤਮਾ ਨੇ ਤੁਹਾਡੇ ਲਈ ਕਈ ਵਾਰ ਵੱਡਾ ਸੋਚਿਆ ਹੋਊਗਾ। ਜੀ। ਸੋ ਮਿਹਨਤ ਕਰੋ, ਮਿਹਨਤ ਨਾ ਛੱਡੋ। ਕੱਲਾ ਪੜ੍ਹਾਈ ਕਰਨ ਨਾਲ ਨਹੀਂ, ਸਮਾਰਟ ਵਰਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ, ਪਿਛਲੇ ਜਿਵੇਂ ਐਗਜ਼ਾਮਸ ਦੇ ਹੈਗੇ ਜੀ ਉਹਨਾਂ ਦੇ ਕੁਐਸਚਨਸ ਦੇਖੋ ਕਿ ਕਿਹੜੇ ਇੰਪੋਰਟੈਂਟ ਟੌਪਿਕਸ ਹੈਗੇ, ਉਹ ਉਹਨਾਂ ਦੇ ਨੋਟਸ ਬਣਾਓ। ਕਈ ਵਾਰ ਪਤਾ ਕੀ ਹੁੰਦਾ ਜੀ, ਜਦੋਂ ਐਗਜ਼ਾਮ ਆਉਂਦਾ ਨਾ ਅਸੀਂ ਬੁੱਕਸ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਬਿਲਕੁਲ। ਇੱਕ ਟੌਪਿਕ ਇੱਧਰੋਂ ਦੇਖਦੇ ਆ, ਇੱਕ ਉਧਰੋਂ ਦੇਖਦੇ ਹਾਂ, ਬਹੁਤ ਟਾਈਮ ਦੀ ਵੇਸਟੇਜ ਹੈਗੀ। ਆਪਣੇ ਨੋਟਸ ਬਣਾਓ, ਜਿੱਥੋਂ ਤੁਹਾਨੂੰ ਕੁਝ ਵਧੀਆ ਮਿਲਦਾ, ਕੋਈ ਜਿਵੇਂ ਜਜਮੈਂਟ ਹੈਗੀ ਹੈ ਉਹਨੂੰ ਆਪਣੇ ਨੋਟਸ ਵਿੱਚ ਥੋੜਾ ਮੈਂਸ਼ਨ, ਅੱਗੋਂ 4-5 ਪੇजेस ਜਾਂ ਵੱਧ ਉਹਨੂੰ ਥੋੜਾ ਛੱਡ ਦਿਓ ਤੁਸੀਂ ਕਿ ਫਰਦਰ ਜੇ ਕੁਝ ਆਏਗਾ ਉਹਦੇ ਤੇ ਐਡ ਆਨ ਕਰ ਲਾਂਗਾ। ਦਿਸ ਇਜ਼ ਵਾਟ ਆਈ ਆਲਵੇਸ ਬਿਲਕੁਲ ਟੈਲ ਮਾਈ ਸਟੂਡੈਂਟਸ ਕਿ ਯਾਰ ਟੌਪਿਕ ਹੈ, ਪ੍ਰਿਪੇਅਰ ਕਰੋ। ਇੱਕੋ ਹੀ ਚੀਜ਼ ਤੁਸੀਂ ਦੁਬਾਰਾ ਪੜ੍ਹੀ ਜਾਓਗੇ, ਤੁਹਾਡੇ ਮਤਲਬ ਪੱਕਾ ਹੋਣਾ ਚਾਹੀਦਾ ਹੈ। ਜੀ। ਬਾਕੀ ਤੁਸੀਂ ਦੱਸੋ, ਤੁਹਾਨੂੰ ਕੋਈ ਡਾਊਟ ਹੈਗਾ? ਗੱਲ ਕਰਾਂ ਜੀ, ਕੋਈ ਡਾਊਟ, ਕੋਈ ਕੁਐਸਚਨ? ਸਰ ਲਾਈਫ ਨੂੰ ਜਦੋਂ ਤੁਸੀਂ ਜੌਬ ਕਰਦੇ ਸੀ ਤਾਂ ਤੁਸੀਂ ਉਹਨੂੰ ਸਿਲੇਬਸ ਨੂੰ ਡਿਵਾਈਡ ਕਿਵੇਂ ਕੀਤਾ? ਮਤਲਬ ਤੁਸੀਂ ਉਹਨੂੰ ਪੇਪਰ ਦੇ ਨੇੜੇ ਜਾ ਕੇ ਮਤਲਬ ਮੰਨ ਲਓ 2 ਮਹੀਨੇ ਪਹਿਲਾਂ ਜਾਂ 6 ਮਹੀਨੇ ਪਹਿਲਾਂ ਤੁਸੀਂ ਉਹਨੂੰ ਪੜ੍ਹਦੇ ਕਿਵੇਂ ਸੀ? ਇਹੀ ਮੈਂ ਤੁਹਾਨੂੰ ਕਹਿ ਰਿਹਾ, ਜਿਹੜੇ ਨਾ ਟੌਪਿਕਸ ਹੈਗੇ ਜੀ, ਕਈ ਇੰਪੋਰਟੈਂਟ ਟੌਪਿਕਸ ਹੈਗੇ ਆ, ਉਹ ਤੁਸੀਂ ਬਾਕੀ ਕੋਈ ਚੀਜ਼ ਰਹਿ ਜਾਵੇ ਜਾਂ ਕੁਝ ਵੀ ਹੋਵੇ, ਉਹ ਟੌਪਿਕਸ ਤੇ ਤੁਸੀਂ ਪੜ੍ਹ ਕੇ ਹੀ ਜਾਣੇ ਹੈਗੇ। ਜਦੋਂ ਸਾਡਾ ਪ੍ਰੀਸਾਈਜ਼ ਇੱਕ ਤੁਹਾਡਾ ਮਾਈਂਡ ਸੈਟ ਹੋਏਗਾ ਨਾ ਕਿ ਆਹ ਵਾਲੇ ਟੌਪਿਕਸ ਦੇ ਕੋਲ ਹੀ ਮੈਂ ਰਹਿਣਾ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਕਿ ਜਦੋਂ ਅਸੀਂ ਜ਼ਿਆਦਾ ਪੜ੍ਹ ਲੈਣਾ, ਰਿਟੇਨ ਨਹੀਂ ਅਸੀਂ ਕਰ ਪਾਉਂਦੇ ਰਾਈਟ ਐਗਜ਼ਾਮ ਰਾਈਟ। ਤੇ ਉਹ ਇੱਕ ਤੁਹਾਡੇ ਮਨ ਦੀ ਤਸੱਲੀ ਹੈਗੀ, ਮੈਂ ਸਾਰਾ ਪੜ੍ਹ ਲਿਆ, ਬਟ ਯੂ ਹੈਵ ਟੂ ਸਿਲੈਕਟਿਵ। ਬਿਲਕੁਲ ਜੀ। ਉਹ ਕੁਝ ਨਹੀਂ, ਇੱਕ ਹਊਆ ਬਣਾਇਆ ਹੁੰਦਾ ਕਿ ਮਤਲਬ ਇਹ ਵੀ ਆ ਸਕਦਾ, ਉਹ ਵੀ ਆ ਸਕਦਾ, ਉਹ ਤੁਹਾਨੂੰ ਸਿਲੈਕਟਿਵ ਰਹਿਣਾ ਹੀ ਪੈਣਾ। ਤੁਹਾਨੂੰ ਉਦਾਂ ਦੇ ਮਨ ਨੂੰ ਤਸੱਲੀ ਮਿਲੇਗੀ ਮੈਂ ਸਭ ਕੁਝ ਕਰ ਰਿਹਾ ਹੈਗਾ। ਠੀਕ ਹੈ। ਉਹਦੇ ਨਾਲ ਸੋਚ ਤੁਹਾਡੀ ਇਹ ਵੀ ਹੋਣੀ ਚਾਹੀਦੀ ਹੈ ਕਿ ਜੇ ਕੋਈ ਚੀਜ਼ ਤੁਹਾਡਾ ਟੌਪਿਕ ਰਹਿ ਗਿਆ ਉਹਦੇ ਬਾਰੇ ਤੁਸੀਂ ਸੋਚਣਾ ਨਹੀਂ ਹੈਗਾ। ਫਿਰ ਬਾਅਦ ਚ ਜੇ ਤੁਸੀਂ ਇਹ ਸੋਚੋਗੇ ਜੇ ਉਹਦੇ ਵਿੱਚੋਂ ਆ ਗਿਆ ਫਿਰ ਜਿਹੜਾ ਯਾਦ ਹੈ ਉਹ ਵੀ ਭੁੱਲ ਜਾਓਗੇ। ਬਲਕਿ ਟੈਨਸ਼ਨ ਨਹੀਂ ਲੈਣੀ, ਜਿੱਦਾਂ ਕਰਕੇ ਗਏ ਹੋ। ਮੈਂ ਇੰਟਰਵਿਊ ਲਈ ਜਦੋਂ ਸੀਗਾ ਜੀ, ਮੈਂ ਇੱਕ ਨੋਟਸ ਪ੍ਰੀਸਾਈਜ਼ ਨੋਟਸ ਯੈਸ। ਇੰਟਰਵਿਊ ਤੋਂ ਪਹਿਲਾਂ ਮੈਂ ਸਵੇਰੇ ਸੋਚਿਆ ਸੀਗਾ ਕਿ 2 ਘੰਟੇ ਲਾ ਕੇ ਨਾ ਇਹ ਪੜ੍ਹਨੇ ਹੈਗੇ ਜੀ। ਬਟ ਉਹ ਜਦੋਂ ਇੰਟਰਵਿਊ ਦਾ ਨਾ ਪ੍ਰੈਸ਼ਰ ਇੰਨਾ ਹੁੰਦਾ, ਮੈਂ ਕੁਝ ਨਹੀਂ ਪੜ੍ਹ ਕੇ ਗਿਆ। ਈਵਨ ਇਹ ਵੀ ਕਹਿੰਦੇ ਸੀਗੇ ਕਿ ਸਵੇਰ ਵਾਲੀ ਨਿਊਜ਼ਪੇਪਰ ਵੀ ਪੜ੍ਹਨਾ ਹੁੰਦਾ ਹੈ, ਪੜ੍ਹ ਕੇ ਗਿਆ। ਮਤਲਬ ਮੇਰਾ ਬੁੱਕ ਨੂੰ ਜਾਂ ਕੁਝ ਵੀ ਨਹੀਂ, ਰਿਲੈਕਸ ਹੋ ਕੇ ਜਾਓ, ਕਿਉਂਕਿ ਜੋ ਤੁਸੀਂ ਪੜ੍ਹ ਲਿਆ ਨਾ ਦੈਟ ਇਜ਼ ਸਫੀਸ਼ੀਐਂਟ। ਮਤਲਬ ਇਹ ਨਾ ਸੋਚੋ ਉਸ ਵੇਲੇ ਕਈ ਵਾਰ ਇਹ ਦਿਮਾਗ ਚ ਆਏਗਾ ਨਾ ਕਿ ਮਤਲਬ ਇਹਦੇ ਵਿੱਚੋਂ ਆ ਗਿਆ, ਉਹ ਚੀਜ਼ ਨੂੰ ਨਾ ਹਾਵੀ ਨਹੀਂ ਹੋ ਗਿਆ।
ਸਰ ਇੱਕ ਕੁਐਸਚਨ ਹੋਰ ਹੈ ਜੀ, ਤੁਸੀਂ ਇਹਦੇ ਵਿੱਚ ਟਾਈਮ ਡਿਵਾਈਡ ਕਿਵੇਂ ਕਰਦੇ ਸੀ? ਜੌਬ ਤੋਂ ਬਾਅਦ ਵੀ ਦੇਖੋ ਐਗਜ਼ੌਸਟ ਵੀ ਹੋ ਸਕਦਾ ਕਿਉਂਕਿ ਮੈਂ ਵੀ ਪ੍ਰੈਕਟਿਸ ਕਰਦਾ ਹਾਂ। ਬਿਲਕੁਲ ਜੀ। ਸ਼ਾਮ ਨੂੰ ਐਗਜ਼ੌਸਟ ਹੋ ਜਾਂਦਾ ਬੰਦਾ, ਵੀ ਤੁਸੀਂ ਜੀ। ਮਾਰਨਿੰਗ ਔਰ ਈਵਨਿੰਗ ਦੇ ਹਿਸਾਬ ਨਾਲ ਹੁਣ ਇੱਕ ਚੀਜ਼ ਮੈਂ ਇਹੀ ਤੁਹਾਨੂੰ ਕਹਿ ਰਿਹਾ ਜੀ, ਕਦੀ ਇਹ ਨਾ ਸੋਚੋ ਕਿ ਜੋ ਮੈਂ ਪ੍ਰੈਕਟਿਸ ਕਰ ਰਿਹਾ ਉਹ ਪੜ੍ਹਾਈ ਨਹੀਂ ਹੈਗੀ। ਇਹ ਸਭ ਤੋਂ ਵੱਡੀ ਚੀਜ਼ ਹੈਗੀ। ਜੋ ਤੁਸੀਂ ਪੜ੍ਹ ਰਹੇ ਹੋ ਨਾ, ਉਹ ਅਲਟੀਮੇਟਲੀ ਹੈ ਤੇ ਲਾਅ ਦੀ ਚੀਜ਼ ਹੀ ਹੈ ਜੀ। ਹੁਣ ਜਿਹੜਾ ਤੁਸੀਂ ਟੌਪਿਕ ਕਰ ਰਹੇ ਹੋ ਉਹਨੂੰ ਥੋਰਲੀ ਤੁਸੀਂ ਦੇਖੋ, ਇਹਦੇ ਵਿੱਚ ਕੀ ਲਾਅ ਪੁਆਇੰਟਸ ਹੈਗੇ, ਕਿਹੜੀ ਜਜਮੈਂਟਸ ਹੈਗੀ ਹੈ, ਉਹਨੂੰ ਸੈਪਰੇਟ ਨਾ ਲੈ ਕੇ ਤੁਰੋ ਤੁਸੀਂ। ਕਿ ਜੇ ਮੈਂ ਇਹੀ ਤੁਹਾਨੂੰ ਕਹਿ ਰਿਹਾ ਕਿ ਮੇਰੀ ਆਦਤ ਕੀ ਸੀਗੀ ਕਿ ਮੈਂ ਕੋਈ ਆਰਗੂਮੈਂਟਸ ਕਰਨੇ ਆ, ਕੋਈ ਬੇਲ ਦੇ ਉੱਤੇ ਕਰਨੇ ਆ, ਕਿ ਕੋਈ ਜਜਮੈਂਟ ਆਈ ਤਾਂ ਮੈਂ ਉਹਨੂੰ ਅਲੱਗ ਨੋਟਸ, ਉਹਨੂੰ ਵੀ ਨੋਟਸ ਲੈ ਲੈਣਾ। ਬਿਲਕੁਲ। ਤੁਸੀਂ ਉਹਨੂੰ ਸੈਪਰੇਟ ਕਿਉਂ ਕਹਿੰਦੇ ਪਏ ਹੋ? ਜੇ ਤੁਸੀਂ ਪ੍ਰੈਕਟਿਸ ਵੀ ਕਰ ਰਹੇ ਹੋ, ਉਹ ਵੀ ਤਾਂ ਤੁਹਾਡੀ ਪੜ੍ਹਾਈ ਹੈ। ਹਰਨੂਰ ਜੀ, ਉਹ ਵੀ ਤੁਸੀਂ ਰਿਟੇਨ ਕਰੋ ਉਹ ਚੀਜ਼ ਨੂੰ। ਗੱਲ ਇਹ ਆ ਰਹੀ ਹੈ ਜੋ ਆਪਣੇ ਸਟੂਡੈਂਟ ਦਾ ਸਵਾਲ ਹੈ ਕਿ ਐਜ਼ ਅ ਏਡੀਏ ਤੁਸੀਂ ਆਪਣਾ 9 to 5 ਜੌਬ ਕਰ ਰਹੇ ਹੋ, ਬਿਲਕੁਲ ਜੀ। ਰਾਈਟ? ਐਜ਼ ਅ ਪ੍ਰੈਕਟਿਸਿੰਗ ਐਡਵੋਕੇਟ, ਦਿਸ ਇਜ਼ ਫॉर ਏਡੀ ਐਸਪੀਰੈਂਟਸ। ਬਿਲਕੁਲ। ਉਹ ਕਹਿ ਰਹੇ ਕਿ ਜੀ ਅਸੀਂ 10 ਤੋਂ 4 ਜਾਂ 10 ਤੋਂ 5 ਅਸੀਂ ਕੋਰਸ ਰਹਿੰਦੇ ਆ ਜੀ। ਕਿ ਉਹ ਟਾਈਮ ਆਪਣਾ ਕਿਵੇਂ ਡਿਵੋਟ ਕਰਨ, ਕਿੰਨਾ ਕੁ ਪੜਨ, ਕੀ ਸਪੈਸੀਫਿਕੇਸ਼ਨ ਲੈ ਕੇ ਆਣ ਆਪਣੀ ਲਾਈਫ ਦੇ ਵਿੱਚ ਕਿ ਅਸੀਂ ਆਹ ਚੀਜ਼ ਐਵੇਂ ਕਰਨੀ ਹੈ। ਟੌਪਿਕਸ ਵਾਈਜ਼, ਸਿਲੈਕਸ਼ਨ ਵਾਈਜ਼ ਤੁਸੀਂ ਦੱਸਦਾ, ਬਿਲਕੁਲ ਜੀ। ਹਾਊ ਪ੍ਰੈਸ਼ਰ ਵਾਈਜ਼ ਤੁਸੀਂ ਦੱਸਦਾ ਵੀ ਨਹੀਂ ਲੈਣਾ, ਜੋ ਪਰਮਾਤਮਾ ਨੇ ਕਰਨਾ ਜੀ ਹੋ ਜਾਣਾ ਜੀ। ਤੇ ਹੁਣ ਇਹ ਬੱਚੇ ਜੋ ਪ੍ਰੈਕਟਿਸ ਕਰ ਰਹੇ ਜੀ। ਹਨ, ਮਤਲਬ 3 ਇਅਰ ਦਾ ਵੀ ਆ ਗਿਆ, ਉਹਨਾਂ ਨੂੰ ਵੀ ਪ੍ਰੈਕਟਿਸ ਕਰਨੀ ਪੈਣੀ ਹੈ। ਕਿੰਨੀ ਦੇਰ ਬਹਿ ਕੇ ਘਰ ਬੈਠ ਕੇ ਪੜ੍ਹ ਲੈਣਗੇ ਜਾਂ ਕਿੰਨੀ ਦੇਰ ਆਪਣਾ ਇੰਡੀਪੈਂਡੈਂਟ ਉਹਨਾਂ ਨੂੰ ਵੀ ਹੋਣਾ ਪੈਣਾ ਹੈ। ਜੀ ਜੀ ਜੀ। ਵੀ ਉਹ ਕੋਰਸ ਟਾਈਮਿੰਗ ਬੀਟ ਏਡੀਏ ਔਰ ਪ੍ਰੋਫੈਸ਼ਨਲ ਐਡਵੋਕੇਟ ਔਰ ਵਿਜ਼ ਪ੍ਰੋਫੈਸ਼ਨਲ ਉਹ ਆਪਣੀ ਤਿਆਰੀ ਨੂੰ ਕਿਵੇਂ ਚਲਾ? ਦੇਖੋ ਚੀਜ਼ ਕੀ ਹੁੰਦੀ ਹੈਗੀ, ਦੇਖੋ ਜੇ ਮੈਨੂੰ ਭੁੱਖ ਲੱਗੀ ਹੋਈ ਹੈ ਨਾ, ਤੇ ਮੈਂ ਕੋਈ ਵੀ ਚੀਜ਼ ਹੋਵੇ ਨਾ ਕਿ ਮੈਂ ਉਹ ਖਾਣਾ ਦੇ ਭਾਵੇਂ ਜੋ ਮਰਜ਼ੀ, ਉਹ ਐਕਸਕਿਊਜ਼ ਨਹੀਂ ਤੁਹਾਡੇ ਕੋਲ ਰਹਿਣਾ ਹੈਗਾ। ਜੇ ਤੁਸੀਂ ਉੱਥੋਂ ਥੱਕੇ ਟੁੱਟੇ ਆਏ ਹੋਏ ਨਾ, ਤੁਹਾਡੀ ਲਾਈਫ 'ਚ ਇੰਨਾ ਡਿਸਿਪਲਿਨ ਹੋਣਾ ਚਾਹੀਦਾ। ਮੈਂ 6 ਮਹੀਨੇ ਕੁਝ ਨਹੀਂ ਦੇਖਿਆ, ਨਾ ਮੈਂ ਆਪਣੀ ਫੈਮਿਲੀ ਦੇਖੀ ਜੀ, ਨਾ ਰਿਲੇਟਿਵਸ ਦੇਖੇ, ਕੁਝ ਨਹੀਂ ਮੈਂ ਦੇਖਿਆ ਹੈਗਾ। ਜੇ ਤੁਸੀਂ ਕਰਨਾ ਤਾਂ ਤੁਸੀਂ ਕਰਨਾ ਹੈ, ਕੋਈ ਐਕਸਕਿਊਜ਼ ਨਹੀਂ ਹੈ ਉਸ ਕੋਈ ਉਹ ਦੇਖੋ ਤੁਸੀਂ ਜੇ ਆਪਾਂ ਨਹੀਂ ਕਰਨਾ ਹੋਇਆ ਐਕਸਕਿਊਜ਼ ਤੇ ਅਸੀਂ ਤਾਂ ਮਿਲ ਜਾਣਗੇ। ਹਾਂ, ਉਹ ਤਾਂ ਮਿਲ ਜਾਣਗੇ। 100 ਚੀਜ਼ਾਂ ਹੈਗੀਆਂ ਨੇ, ਇਹ ਤੁਹਾਨੂੰ ਆਪ ਹੀ ਮੈਨੇਜ ਕਰਨਾ। ਜੇ ਆਪਣੀ ਨੀਂਦ ਖਰਾਬ ਕਰਨੀ ਹੈਗੀ, ਉਹ ਵੀ ਸੈਕਰੀਫਾਈਸ ਕਰਨਾ ਪੈਣਾ ਜੀ। ਫੈਮਿਲੀ ਨਾਲ ਵੀ ਸੈਕਰੀਫਾਈਸ ਕਰਨਾ। ਫੈਮਿਲੀ ਤੁਹਾਡੀ ਸਗੋਂ ਜੇ ਸਪੋਰਟ ਕਰੇ, ਤੁਹਾਡੇ ਲਈ ਕੁਝ ਵੀ ਹੋ, ਉਸ ਤੋਂ ਬੜੀ ਕੋਈ ਗੱਲ नहीं है। ਬਿਲਕੁਲ ठीक है। आपके इसके अंदर एडीजे के अंदर सिर्फ मेंस आता है एंड देन देयर आफ्टर इंटरव्यू पंजाब एंड हरियाणा में, बिल्कुल। लेकिन इसमें मैक्सिमम स्टूडेंट्स जो फेल होते हैं, जो रीजन रहता है जनरल नॉलेज है, बिल्कुल। क्योंकि जनरल नॉलेज में एग्जाम जो ऑब्जेक्टिव है इसके अंदर 100 क्वेश्चंस में आते हैं, तो जनरल नॉलेज की प्रिपरेशन कहाँ से करें? जो मैक्सिमम स्टूडेंट्स एडीजे के फाइंड आउट ही नहीं कर पाते, कहाँ से करें? क्योंकि उसमें हिस्ट्री भी है, ज्योग्राफी भी है, करंट अफेयर्स भी है, मैथमेटिक्स है। ਇਹਦੇ ਲਈ ਨਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸਟ੍ਰੈਟੇਜੀਜ਼, ਜਿਵੇਂ ਬੇਸਿਕਲੀ ਕੀ ਹੈਗਾ ਜੀ, ਜੀਕੇ ਸਕਾਈ ਇਜ਼ ਦ ਲਿਮਿਟ। ਕੋਈ ਸਿਲੇਬਸ ਨਹੀਂ, ਕੋਈ ਕੁਝ ਨਹੀਂ ਹੈਗਾ ਜੀ। ਤੁਸੀਂ ਜਿੱਦਾਂ ਹੁਣ ਲਾਅ ਦਾ ਤੇ ਸਾਨੂੰ ਪਤਾ ਕਿ ਆਹ ਬੁੱਕ ਸਾਈਜ਼ ਹੈ। ਹੁਣ ਮੈਂ ਜੋ ਫੋਲੋ ਕੀਤਾ ਸੀ, ਮੈਂ ਆਨਲਾਈਨ ਸੀਗਾ, ਪਰਚਮ ਕਲਾਸਿਸ ਸੀਗੇ ਜੀ। Okay, ਉਹ Percham classes you have ਚੈਨਲ ਸੀਗਾ ਜੀ। ਉਹਦੇ ਵਿੱਚੋਂ ਇੱਕ ਇੰਡੋਲੋਗਸ ਸੀਗਾ ਜੀ। ठीक है। ਨਿਊਜ਼ਪੇਪਰ ਮੈਂ ਜ਼ਿਆਦਾ ਟਾਈਮ ਨਹੀਂ ਡਿਵੋਟ ਕਰ ਪਾਉਂਦਾ। ਰੀਜ਼ਨ ਕੀ ਸੀਗਾ, ਜਿਹੜੀ ਚੀਜ਼ ਤੁਹਾਨੂੰ ਪ੍ਰੀਸਾਈਜ਼ ਫਾਰਮ ਵਿੱਚ ਅਵੇਲੇਬਲ ਹੈਗੀ, ਫਿਰ ਤੁਸੀਂ ਕਿਉਂ ਉਹਦੇ ਤੇ ਇੰਨਾ ਐਫਰਟ? ਸਾਰਾ ਨਿਊਜ਼ਪੇਪਰ ਕਿਉਂ ਪੜਨਾ? ਉਹਨਾਂ ਨੇ ਉਹਦੇ ਨਾਲ ਚੰਗਾ ਤੁਸੀਂ ਆਪਣਾ ਲਾਅ ਦੇ ਉੱਤੇ ਫੋਕਸ ਕਰੋ, ਲੈਂਗੁਏਜ ਦਾ ਹੈਗਾ ਜੀ ਉਹਦੇ ਉੱਤੇ, ਮਤਲਬ ਜਿਹੜੀ ਚੀਜ਼ ਸਾਨੂੰ ਮਿਲ ਰਹੀ ਹੈਗੀ ਜੀ। ਔਰ ਜੀਕੇ ਦਾ ਏਦਾਂ ਹੈਗਾ, ਤੁਸੀਂ ਇੱਕ ਵਾਰ ਪੜ੍ਹ ਲਈ ਉਹ ਸਫੀਸ਼ੀਐਂਟ ਨਹੀਂ ਹੈਗਾ ਜੀ। ਉਹਦੀ ਦੁਬਾਰਾ ਰਿਵੀਜ਼ਨ ਹੋਣੀ ਚਾਹੀਦੀ, ਜ਼ਰੂਰੀ ਹੈ। ਉਹਦੇ ਵੀ ਮੈਂ ਨੋਟਸ ਬਣਾਏ ਜੀ। ਉਹਦੇ ਵੀ ਨੋਟਸ ਬਣਾਉਣੇ ਜ਼ਰੂਰੀ ਹੈ ਬੱਚਿਆਂ ਨੂੰ। ਮੈਂ ਉਹਦੇ ਵਿੱਚ ਵੀ ਜਿਵੇਂ ਪਿਛਲੇ 1 ਸਾਲ ਦਾ ਵੀ ਮਤਲਬ ਸਾਰਾ ਮੈਂ ਉਹਨਾਂ ਦੇ ਮੰਥਲੀ ਜਿਵੇਂ ਸੀਗੇ ਜੀ, ਮਸਟਰ ਡਾਈਜੈਸਟ ਦਾ ਬਿਲਕੁਲ ਤੁਸੀਂ ਬੈਕ ਈਅਰ ਉਹਦੇ ਵਿੱਚ ਵੀ ਉਹ ਦੇਖੋ, ਉਹ ਹੁਣ ਤੁਹਾਡਾ ਤੁਸੀਂ ਆਪ ਦੇਖਣਾ ਕਿ ਮੇਰੇ ਐਗਜ਼ਾਮ ਦੇ ਰਿਲੇਟਡ ਕਿਹੜੀ ਚੀਜ਼ ਇੰਪੋਰਟੈਂਟ, ਉਹ ਵੀ ਸਾਰੀ ਪੇਪਰ ਚੋਂ ਕਰਕੇ ਲੈ ਕੇ ਜਾਣਾ ਪੈਣਾ। ਉਹਦੇ ਵਿੱਚ ਟਾਈਮ ਨਹੀਂ ਆ ਰਿਹਾ, ਫਿਰ ਉਹਨੂੰ ਵੀ ਤੁਸੀਂ ਜਿਵੇਂ ਹਫਤਾ ਨਿਕਲ ਜਾਂਦਾ, 2 ਹਫ਼ਤੇ ਨਿਕਲ, ਉਹਦੀ ਫਿਰ ਰਿਵੀਜ਼ਨ ਦੁਬਾਰਾ ਕਰੋ। ਉੱਥੇ ਕਈ ਵਾਰ ਇਹ ਹੁੰਦਾ ਹੈਗਾ, ਜਿਵੇਂ ਤੁਸੀਂ ਜੀਕੇ ਦਾ ਤੁਹਾਨੂੰ ਕੁਐਸਚਨ ਤੁਸੀਂ ਉਹ ਸੋਚਦੇ ਹੋ ਪੜਿਆ, ਬਟ ਫਿਰ ਕਿਤੇ ਨਾ ਕਿਤੇ ਭੁੱਲ ਜਾਂਦਾ। ਹਾਂ, ਕਲਿੱਕ ਨਹੀਂ ਕਰ ਪਾਉਂਦਾ ਬੰਦਾ ਸਪੌਟ। ਰੀਜ਼ਨ ਕੀ ਹੈਗਾ, ਜਦੋਂ ਅਸੀਂ ਪੂਰੇ ਦਾ ਪੂਰਾ ਨਿਊਜ਼ ਪੜ੍ਹਦੇ ਹੈਗੇ, ਫਿਰ ਤੁਹਾਡੇ ਉਹ ਚੀਜ਼ ਜ਼ਹਿਨ ਚ ਰਹਿ ਜਾਂਦੀ ਹੈ ਕਿ ਮਤਲਬ ਇਹ ਚੀਜ਼ ਸੀਗੀ। ਜਦੋਂ ਅਸੀਂ ਪੜ੍ਹਦੇ ਉਹਨਾਂ ਕੋਲ, ਫਿਰ ਉਹਦੇ ਵਾਸਤੇ ਸਾਨੂੰ ਰਿਵੀਜ਼ਨ ਠੀਕ ਹੈ ਜੀ। ਜਿਵੇਂ ਕਿ ਜਨਰਲ ਨੌਲੇਜ ਦੇ ਬੱਚੇ ਨੂੰ ਨੋਟਸ ਬਣਾ ਲਈ ਤਾਂ ਉਹਦੀ ਹਰ ਬਾਰ ਰੈਪੀਟੀਸ਼ਨ ਹੋਣੀ ਬਹੁਤ ਜ਼ਰੂਰੀ ਹੈ। ਬੁੱਕਸ ਤੁਸੀਂ ਜੇ ਕਹੋਗੇ ਨਾ, ਬੁੱਕਸ ਤੋਂ ਅਸੀਂ ਦੇਖੀਏ, ਉਹ ਬਹੁਤ ਸਿਲੇਬਸ ਵਾਸਤੇ ਬਹੁਤ ਜ਼ਿਆਦਾ ਕਨਸਟੀਟਿਊਸ਼ਨ ਤੇ ਤੁਹਾਡਾ ਮਤਲਬ ਉਹ ਸਮਝ ਲਓ ਜੀਕੇ ਵਿੱਚ ਵੀ ਆ ਜਾਣਾ ਜੀ। ਕਨਸਟੀਟਿਊਸ਼ਨ ਦਾ ਬਹੁਤ ਕਮਾਂਡ ਹੋਣੀ ਚਾਹੀਦੀ ਹੈ। ਕਨਸਟੀਟਿਊਸ਼ਨਲ ਲਾਅ ਇਜ਼ ਇੰਪੋਰਟੈਂਟ, ਵੈਰੀ ਇੰਪੋਰਟੈਂਟ।
ਰਾਈਟ ਪਿਛਲੀ ਵਾਰ ਜਦੋਂ 2023 ਵਿੱਚ ਸੀਗਾ, ਉਹਦੇ ਵਿੱਚ ਕਨਸਟੀਟਿਊਸ਼ਨ ਬਹੁਤ ਸੀਗਾ, ਜੀਕੇ ਬਸ। ਅੱਛਾ ਜੀਕੇ ਵਾਲੇ ਪਾਰਟ ਦੇ ਵਿੱਚ ਵੀ ਕਨਸਟੀਟਿਊਸ਼ਨ ਬਹੁਤ ਆਇਆ ਸੀ। ਬਿਲਕੁਲ ਰਾਈਟ ਔਰ ਇਸ ਵਾਰ ਕਿੰਨਾ ਸੀ ਐਸ ਕੰਪੈਰੀਜ਼ਨ ਟੂ ਲਾਸਟ ਈਅਰ? ਐਤਕੀ ਮੈਨੂੰ ਲੱਗਦਾ ਘੱਟ ਸੀਗਾ। ਘੱਟ ਸੀ 2023 ਦੇ ਵਿੱਚ ਉਦੋਂ ਬਹੁਤ ਜ਼ਿਆਦਾ ਕਮ ਹੈ। ਸੋ ਚਲੋ ਇੱਕ ਏਡੀ ਦੇ ਵਾਸਤੇ ਥੋੜੀ ਜਿਹੀ ਫੀਸ ਵਾਲੀ ਗੱਲ ਹੈ ਕਿਉਂਕਿ ਇਹ ਬੇਸਿਕਲੀ ਕੀ ਹੈਗਾ, ਹੁਣ ਨੈਕਸਟ ਟਾਈਮ ਹੋਏਗਾ, ਮਾਈਟ ਵੀ ਇਹ ਚੀਜ਼ ਨਾ ਹੋਵੇ। ਸੋ ਜੋ ਹੋ ਚੁੱਕਾ ਹੈਗਾ ਅਸੀਂ ਉਹਨੂੰ ਵੀ ਕੰਸੀਡਰ करके अपनी अगली भी डालना। तो आपने अपना दिल्ली का, हिमाचल का, कहीं और की भी प्रिपरेशन की? आपको ये लगा कि मैं पहले कहीं और का पेपर देते रहता हूँ, मैं अगर पंजाब के लिए हो जाए सॉन्ग बन जाऊंगा पहले टाइम में अटेम्प्ट? ਮੈਂ ਤੁਹਾਨੂੰ ਉਹੀ ਕਿਹਾ, ਮੈਂ ਨਾ ਕੋਈ ਐਗਜ਼ਾਮ ਦਿੱਤਾ ਸੀਗਾ ਜੀ। ਮੈਨੂੰ ਸਾਰੇ ਕਹਿੰਦੇ ਸੀਗੇ ਕਿ ਹਰਿਆਣੇ ਦਾ ਵੀ ਤੁਸੀਂ ਜ਼ਰੂਰ ਲਾ ਕਿ ਇੱਕ ਚਾਂਸ ਵੱਧ ਜਾਂਦਾ ਹੁੰਦਾ। ਮੈਂ ਤੁਹਾਨੂੰ ਉਹੀ ਕਿਹਾ, ਮੈਂ ਬੀਕਾਮ ਜਦੋਂ ਕੀਤੀ ਸੀਗੀ ਨਾ ਜੀ, ਮੇਰਾ ਉਦੋਂ ਇਸ ਲਾਈਨ ਵੱਲ ਆਉਣ ਦਾ ਕੋਈ ਸੀਗਾ ਨੇ, ਫੈਮਿਲੀ ਬਿਜ਼ਨਸ ਸੀਗਾ, ਬੰਦਾ ਕਹਿੰਦਾ ਕਿ ਮੈਂ ਉਹੀ ਕਰਾਂ। ਇੱਕ ਜਦੋਂ ਤੁਹਾਡੇ ਦਿਮਾਗ 'ਚ ਆ ਜਾਂਦਾ ਨਾ ਕਿ ਮੈਂ ਕਰਨਾ ਹੈਗਾ, ਫਿਰ ਕੋਈ ਸੈਕਿੰਡ ਆਪਸ਼ਨ ਨਹੀਂ ਹੁੰਦੀ ਹੈ ਜੀ। ਤੇ ਮੈਂ ਪੰਜਾਬ ਦਾ ਕਰਨਾ ਸੀ, ਮੈਂ ਸਿਰਫ ਫਿਲ ਵੀ ਪੰਜਾਬ ਦਾ ਹੀ ਕੀਤਾ ਸੀਗਾ। ਕੋਈ ਮੈਂ JMI ਸੀਗਾ, ਮੈਂ ਤੁਹਾਨੂੰ ਉਹੀ ਦੱਸਿਆ, ਮੈਂ ਕੋਈ ਵਿੱਚ ਅਟੈਂਪਟ ਵੀ ਨਹੀਂ ਕੀਤਾ, ਕਿਉਂਕਿ ਜੇ ਮੈਂ ਕਰਨਾ ਹੀ ਨਹੀਂ ਸੀਗਾ ਫਿਰ ਮੈਂ ਫਿਲ ਕਿਉਂ ਕਰਨਾ। ठीक है। तो आपके बहुत सारे फ्रेंड्स ने भी एग्जाम्स दिए होंगे, सब कुछ किया होगा, तो अब आप इसको क्या कहेंगे कि ये आपका हार्ड वर्क है, डेस्टिनी है? हार्ड वर्क और डेस्टिनी मैं तो दोनों कमाऊंगा जी, दोनों ही चीजें हैगियां। देखो जे बंदा सब कुछ यही सोचे कि मेरा परमात्मा वाला हो जाएगा, तो करो ਤੁਸੀਂ ਕੁਝ ਨਹੀਂ। ਤੁਹਾਡੇ ਸਾਹਮਣੇ ਰੋਟੀ ਵੀ ਹੁਣ ਕਹੂਗਾ ਕਿ ਢਿੱਡ ਭਰਿਆ ਰਹੂਗਾ, ਜੇ ਪਰਮਾਤਮਾ ਚਾਹੂਗਾ ਤੁਹਾਨੂੰ ਐਫਰਟ ਤੇ ਕਰਨਾ ਹੀ ਪੈਂਦਾ ਹੈ। ਉਹ ਚੀਜ਼ ਨਹੀਂ, इट इज बोथ। ਐਫਰਟ ਵੀ ਤਾਂ ਹੀ ਹੋਊਗਾ ਜੇ ਪਰਮਾਤਮਾ ਕਰਾਂਗਾ। मतलब ਇਹ ਚੀਜ਼ ਨਾਲ ਸੋਚੋ, ਦੋਨੋਂ ਹੀ ਚੀਜ਼ਾਂ ਹੈਗੀਆਂ। ਮਿਹਨਤ ਕਰੋਗੇ ਤੇ ਪਰਮਾਤਮਾ ਸਾਥ ਦੇਗਾ, ਜੇ ਮਿਹਨਤ ਕਰੋਗੇ ਨਹੀਂ ਸਭ ਕੁਝ ਪਰਮਾਤਮਾ ਨੇ ਵੀ ਨਹੀਂ ਸਾਥ ਦੇਣਾ। ਸੋ ਇਹ ਚੀਜ਼ ਮਿਹਨਤ ਵੀ ਹੈਗੀ ਹੈ, ਸਮਾਰਟ ਵਰਕ ਵੀ ਜ਼ਰੂਰੀ ਹੈਗਾ। ਕੱਲਾ ਇਹ ਨਹੀਂ ਕਿ ਪਤਾ ਸਾਰੀਆਂ ਬੁੱਕਸ ਲੈ ਆਓ, ਇਹ ਬੁੱਕਸ ਬਾਈ ਕਰ ਲਓ, ਉਹ ਕਰ ਲਓ, ਪੜ੍ਹੀ ਚੱਲੋ। ਰਿਟੇਨ ਕਿੰਨਾ ਤੁਸੀਂ ਕਰਦੇ ਹੋ? ਗੱਲ ਤੇ ਰਿਟੇਨਿੰਗ ਪਾਵਰ ਬਿਲਕੁਲ। ਸੋ ਉਹਦੇ ਲਈ ਜਦੋਂ ਆਪਾਂ ਐਗਜ਼ਾਮਸ ਹੁੰਦੇ ਹੈਗੇ ਜੀ, ਉੱਥੋਂ ਤੁਹਾਡਾ ਸਾਰਾ ਕਲੀਅਰ ਹੋ ਜਾਂਦਾ ਕਿ ਕਿੱਥੇ ਬੰਦਾ ਸਟੈਂਡ ਕਰ, कितने बना है? ਬਿਲਕੁਲ। एनी अदर क्वेश्चन सर? ਬਾਕੀ ਕੋਈ ਏਦਾਂ ਨਹੀਂ ਸੋਚਣਾ ਹੈਗਾ ਕਿ ਮਤਲਬ ਜਦੋਂ ਆਪਾਂ ਲਗਾਤਾਰ ਦਿੰਦੇ ਰਹਿੰਦੇ ਹੈਗੇ, ਵੈਸੇ ਦੇਣੇ ਚਾਹੀਦੇ। ਮੈਂ ਆਪਣੀ ਗੱਲ ਕਰਦਾ, ਬੇਸਿਕਲੀ ਮੈਂ ਤੁਹਾਨੂੰ ਕਹਿ ਰਿਹਾ ਕਿ ਮਤਲਬ ਤੁਸੀਂ ਐਗਜ਼ਾਮ ਦੇਣੇ ਛੱਡ ਦਿਓ। ਬਿਲਕੁਲ ਮੈਂ ਆਪਣੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ। जी। तो फैमिली की आपको किस तरह कितनी सपोर्ट रही कि जैसे भाभी जी कितना, जैसे आपका जो कोई काम नहीं, मैसेज जो आपका करना लगेगा, आप 6 मंथ्स अपने पढ़ाई में लगे रहे, ਮੈਂ तो सारा काम उन्होंने देखा, सब कुछ किया, बच्चों ने देखा? ਕੁਝ ਵੀ ਨਹੀਂ ਕੀਤਾ ਜੀ। ਮੈਂ ਉਹੀ ਦੱਸ ਰਿਹਾ ਜੀ, ਮਦਰ ਫਾਦਰ ਈਵਨ ਮੇਰੇ ਬੱਚੇ, ਉਹਨਾਂ ਨੇ ਵੀ ਆ ਕੇ ਨਹੀਂ ਕਿਹਾ ਕਿ ਅਸੀਂ ਬਾਹਰ ਜਾਣਾ ਕਿਤੇ ਘੁੰਮਣ। अच्छा जी। ਮਤਲਬ ਮੇਰੀ ਫੈਮਿਲੀ ਨੇ ਹੀ ਸਭ ਕੁਝ ਕੀਤਾ ਹੈਗਾ ਜੀ, ਤਾਂ ਹੀ ਮੈਂ ਪੜ੍ਹ ਸਕਿਆ ਜੀ। ਇਸ ਵਾਰ ਇਹ ਸੀਗਾ ਕਿਉਂਕਿ ਮੈਨੂੰ ਆਪਣੇ ਜੋ ਪਿਛਲੀ ਵਾਰ ਗਲਤੀਆਂ ਹੋਈਆਂ ਸੀ ਨਾ, ਉਹ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਮਤਲਬ ਲਾਸਟ ਟਾਈਮ ਕੀ ਹੋਇਆ ਸੀਗਾ, ਟਾਈਮ ਮੈਨੇਜਮੈਂਟ ਨਹੀਂ ਹੋਈ। टाइम मैनेजमेंट प्रॉपर नहीं हो ਉਹ ਬਹੁਤ ਜ਼ਰੂਰੀ ਹੈਗਾ। ਕਈ ਵਾਰ ਇਹ ਹੁੰਦਾ ਤੁਹਾਨੂੰ ਇੱਕ ਕੁਐਸਚਨ ਬਹੁਤ ਵਧੀਆ ਆਂਦਾ, ਬੰਦਾ ਕਹਿੰਦਾ ਕਿ ਮੈਂ ਇਹਨੂੰ ਇਹਦੇ ਤੇ ਹੀ ਖਾਣਾ ਕੁਛ ਲਗਾਦਾ ਵਾ ਚੀਜ਼ ਆ। ਹੁਣ ਉਹਦੇ ਹੈ ਨਹੀਂ 10 ਵਿੱਚ ਤੁਹਾਨੂੰ 15 ਦੇ ਮਿਲਣਗੇ, ਨਹੀਂ ਮਿਲਨੇ, ਉਹੀ 50-60%। ਸੋ ਮੇਨ ਫੋਕਸ ਇਹ ਰਹਿਣਾ ਕਿ ਐਗਜ਼ਾਮ ਦਾ ਪੂਰਾ ਕੰਪਲੀਟ Time ਕਰਨਾ। management ਕਰਨਾ। ਬਿਲਕੁਲ ਜੇ ਅੱਗੇ ਪਿੱਛੇ ਹੋ ਗਿਆ ਉਹਨੂੰ ਉੱਥੇ ਛੱਡ ਕੇ ਉਹਨੂੰ ਵਾਈਂਡ ਅਪ ਕਰਕੇ ਅਗਲੇ ਦੇ ਤੁਸੀਂ ਤੇ ਫੋਕਸ ਇਹ ਹੋਣਾ ਚਾਹੀਦਾ ਕਿ ਪੇਪਰ ਕੰਪਲੀਟ ਹੋਣਾ ਚਾਹੀਦਾ। ਬਿਲਕੁਲ ਵਨ ਆਫ ਦੀ ਰੀਜ਼ਨਸ ਇਹ ਵੀ ਹੈ ਪੇਪਰ ਕਲੀਅਰ ਹੋਣ ਤੱਕ ਸਾਰੇ ਕੁਐਸਚਨਸ ਫੁੱਲੀ ਅਟੈਂਪਟ ਹੋਣ, ਬਿਲਕੁਲ ਤੇ ਉਹਨਾਂ ਨੂੰ ਬਾਈਫਰਕੇਟ ਕਰਕੇ ਚੱਲੋ ਵੀ 15 ਨੰਬਰ ਵਾਲੇ ਕੁਐਸਚਨ ਨੂੰ ਕੀ ਦੇਣਾ, 10 ਵਾਲੇ ਨੂੰ ਕਿੰਨਾ ਦੇਣਾ, ਬਿਲਕੁਲ। ਉਸ ਹਿਸਾਬ ਨਾਲ ਕਰਨਾ ਪੈਣਾ ਡਿਵਾਈਡ। ਔਰ ਇੱਕ ਇਹ ਵੀ ਮੈਂ ਇੱਕ ਉਹ ਬਹੁਤ ਕੁਐਸਚਨ ਉੱਠਦਾ ਹੈਗਾ, ਲੈਂਥ ਕਿੰਨਾ। ਹਾਂ ਬੱਚਿਆਂ ਨੂੰ ਬਹੁਤ ਹੁੰਦੀ ਜੀ ਕਿੰਨੇ ਲੈਂਥ ਲਿਖੀ ਹੈ, ਕੋਈ ਫਰਕ ਨਹੀਂ ਪੈਂਦਾ ਉਹਨੂੰ। ਜੇ ਦੇਖੋ ਮਤਲਬ ਉਹਨਾਂ ਨੇ ਪੁੱਛਿਆ ਹੈਗਾ ਕਿ ਮਤਲਬ ਵੈਦਰ ਹੀ ਹੈਜ਼ ਕਮਿਟਡ ਐਨ ਅਫੈਂਸ, ਇਹ ਉਹ ਤੁਸੀਂ ਆਪਣਾ ਆਨਸਰ ਦੇਗਾ ਯੈਸ ਨੋ ਥੱਲੇ ਰੀਜ਼ਨਿੰਗ ਦੇ ਲਿਖ ਦਿੱਤੇ, ਉਹਨੂੰ ਕਿੰਨਾ ਤੁਸੀਂ ਖਿੱਚ ਲਓ। ਸੋ ਇਟ ਇਜ਼ ਅਬਾਊਟ ਦੀ ਸਾਈਜ਼ ਕੁਆਲਿਟੀ, ਮਤਲਬ ਨਾਟ ਕੁਆਂਟੀਟੀ। ਬਿਲਕੁਲ ਵੀ ਨਹੀਂ। ਤੁਸੀਂ ਇੱਕ ਵੀ ਲਾਈਨ ਤੁਸੀਂ ਉਹ ਮਤਲਬ ਰੈਲੇਵੈਂਟ ਨਹੀਂ ਲਿਖੀ ਤੇ ਲੈਂਥ ਵੀ ਉਹਦੇ ਵਿੱਚ ਨਹੀਂ, ਉਹ ਥੋੜਾ ਟਾਈਮ ਵੇਸਟ ਹੋ ਗਿਆ। ਬਿਲਕੁਲ ਨਹੀਂ। ਬਿਲਕੁਲ। ਸੋ ਬੀ ਪ੍ਰੀਸਾਈਜ਼, ਮਤਲਬ relevant लिखो जो भी लिखना। So ultimately they have to be focused. बिल्कुल Precision should be there. जी। Time management. बिल्कुल। Completion of paper. बिल्कुल। And a motive ultimately in the head कि मैं पढ़ना ही पढ़ना है। बनेगा। ठीक है। प्रेशर नहीं लेना। प्रेशर नहीं लेना। Ultimately बच्चा प्रेशर नहीं लेना। प्रेशर बंदा क्यों लेंदा हैगा, ਜਿਹੜਾ ਕਾਰਨ ਹੁੰਦਾ
ਜਦੋਂ ਅਸੀਂ ਦੇਖਦੇ ਹਾਂ ਤੇ 10 ਬੰਦੇ ਬੈਠੇ 2 ਵਿੱਚੋਂ ਜੱਜ ਬਣ ਗਏ, ਅਸੀਂ ਕੰਪੈਰੀਜ਼ਨ ਕਰਨ ਲੱਗ ਪੈਂਦੇ ਆ, ਸਾਡੀ ਉਹਦੇ ਨਾਲ ਰੇਸ ਲੱਗ ਜਾਂਦੀ, ਉਹ ਬਣ ਗਿਆ ਮੈਂ ਨਹੀਂ ਬਣਿਆ। ਤੁਹਾਡਾ ਕੰਪੀਟੀਸ਼ਨ ਤੁਹਾਡੇ ਆਪਣੇ ਨਾਲ ਹੈ, ਹੋਰ ਕਿਸੇ ਨਾਲ ਨਹੀਂ ਹੈਗਾ। ਜਿਹੜਾ ADJ ਦਾ ਵੀ ਐਗਜ਼ਾਮ ਸੀਗਾ, ਦੇਖੋ ਤੁਸੀਂ ਪਿਛਲੀ ਵਾਰ ਵੀ ਮਤਲਬ ਪਾਸ ਨਹੀਂ ਹੁੰਦੇ ਹੈਗੇ ਅਲਟੀਮੇਟਲੀ। ਹਾਂਜੀ ਹਾਂ ਬਿਲਕੁਲ, ਠੀਕ ਹੈ, ਬਿਲਕੁਲ ਤੁਹਾਡਾ ਕੰਪੀਟੀਸ਼ਨ ਤੁਹਾਡੇ ਆਪਣੇ ਨਾਲ ਹੈ ਕਿ ਮੈਂ ਕਲੀਅਰ ਮੈਂ ਕਲੀਅਰ ਕਰਨਾ, ਬਸ ਬਾਕੀ ਦੀ ਪਰਵਾਹ ਨਹੀਂ ਕਰਦਾ। ਜਦੋਂ ਤੁਸੀਂ ਇਹ ਦੇਖ ਲਓਗੇ ਨਾ, ਜਦੋਂ ਤੁਸੀਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰੋਗੇ, ਫਿਰ ਉਦਾਂ ਵੀ ਤਾਂ ਪ੍ਰੈਸ਼ਰ ਤੁਹਾਡਾ ਖਤਮ ਹੀ ਹੋ ਜਾਣਾ। ਬਿਲਕੁਲ ਪ੍ਰੈਸ਼ਰ ਬੰਦਾ ਹੀ ਉਦੋਂ ਹੈਗਾ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਹੋ। ਸਟਾਪ ਡੂਇੰਗ ਕੰਪੈਰੀਜ਼ਨ। ਉਹ ਬੰਦਾ ਹਰ ਵਾਰ ਰੇਸ 'ਚ ਦੌੜਨ ਲੱਗ ਪੈਂਦਾ, ਅਗਲੇ ਬੰਦੇ ਨੂੰ ਪਤਾ ਨਹੀਂ ਹੈ ਮੇਰੇ ਨਾਲ ਕੰਪੀਟ ਕਰ ਰਿਹਾ। ਹਾਂਜੀ ਹਾਂ, ਆਪਣੇ ਨਾਲ ਰੱਖੋ। ਦੇਖੋ ਅਲਟੀਮੇਟਲੀ ਤੁਸੀਂ ਵੀ ਕਿਰਤ ਕਰਨੀ, ਅਗਲੇ ਨੇ ਵੀ ਕਿਰਤ ਕਰਨੀ ਹੈ। ਜੋ ਤੁਹਾਡੇ ਕਰਮਾਂ 'ਚ ਤੁਹਾਨੂੰ ਮਿਲ ਜਾਣਾ, ਜੋ ਉਹਦੇ ਕਰਮਾਂ 'ਚ ਨਹੀਂ ਮਿਲ ਜਾਣਾ। ਸੋ ਭੱਜੋ ਨਾ, ਆਪਣਾ ਕਰੀ ਜੋ ਮਿਹਨਤ ਕਰੋ, ਬਸ ਲਗੇ ਰੋਜ਼ੀ ਬਿਲਕੁਲ ਬੰਦਾ ਹੀ ਹੈ। ਬਿਲਕੁਲ ਕਿਤੇ ਨਾ ਕਿਤੇ ਪਰਮਾਤਮਾ ਹਾਂਜੀ ਹਾਂਜੀ ਕਿਤੇ ਨਾ ਕਿਤੇ ਸੁਣੇਗਾ ਤੁਹਾਡੀ ਸਾਰੀ। ਬਿਲਕੁਲ ਨੀਅਤ ਸਾਫ਼ ਰੱਖੋ। ਕਈ ਵਾਰ ਇਹ ਹੁੰਦਾ ਤੁਹਾਨੂੰ ਕੋਈ ਨਵੀਂ ਚੀਜ਼ ਪਤਾ ਲੱਗਦੀ ਹੈਗੀ ਹੈ, ਤੁਸੀਂ ਕਹਿੰਦੇ ਹੋ ਮੈਨੂੰ ਪਤਾ, ਇਹਨੂੰ ਨਹੀਂ ਪਤਾ ਲੱਗਣੀ ਚਾਹੀਦੀ। ਉਹ ਸਭ ਤੋਂ ਮਾੜੀ ਚੀਜ਼ ਹੈ। ਜਦੋਂ ਤੁਸੀਂ ਕਿਸੇ ਨੂੰ ਪੁੱਛ ਕਰੋਗੇ ਨਾ ਕਿ ਅਗਲੇ ਬੰਦੇ ਨੂੰ ਆਪਣਾ ਸ਼ੇਅਰ ਕਰੋਗੇ, ਨੌਲੇਜ ਵਧੇਗੀ। ਤੁਸੀਂ ਹੁਣ ਆਪਣਾ ਇੱਕ ਕੇਸ ਲਓ, ਤੁਹਾਨੂੰ ਪਤਾ ਲੱਗ ਗਿਆ ਕਿ ਬਤਾਓ ਓਵਰਰੂਲ ਹੋ ਗਿਆ ਹੋਵੇ। ਹਾਂਜੀ ਹਾਂ, ਜੇ ਡਿਸਕਸ਼ਨ ਹੀ ਨਾ ਕਰੋਗੇ ਫਿਰ ਕੀ ਕਰੋਗੇ? ਜੀ ਜੀ। ਸੋ ਡਿਸਕਸ਼ਨ ਇਜ਼ ਆਲਸੋ ਕਈ ਵਾਰ ਤੇ ਇਹ ਵੀ ਹੁੰਦਾ ਬੱਚਿਆਂ 'ਚ, ਇਹ ਹੁੰਦਾ ਹੈਗਾ ਕਿ ਅਸੀਂ ਆਪਣੇ ਟੀਚਰ ਨੂੰ ਵੀ ਨਹੀਂ ਦੱਸਣਾ ਕਿ ਉਹ ਕਲਾਸ 'ਚ ਨਾ ਕਰਾ ਲਏ। ਸੋ ਇਹ ਚੀਜ਼ ਛੱਡਣੀ ਚਾਹੀਦੀ ਤੁਹਾਨੂੰ। ਡਿਸਕਸ਼ਨ ਵੱਧ ਤੋਂ ਵੱਧ ਕਰੋ, ਉਹਦੇ ਨਾਲ ਹੀ ਤੁਹਾਡਾ ਵੀ ਭਲਾ ਹੋਏਗਾ, ਉਹ ਕਹਿੰਦਾ ਦੂਜੇ ਦਾ ਵੀ ਹੋਏਗਾ। ਠੀਕ ਹੈ ਜੀ। ਸੋ ਐਨੀ ਸਪੈਸ਼ਲ ਮੈਸੇਜ ਟੂ ਮਿਸਟਰ ਸੰਦੀਪ ਸਿੰਘ ਬਾਜਵਾ, ADJ ਲੁਧਿਆਣਾ, ਜਿਨ੍ਹਾਂ ਨੇ ਤੁਹਾਡੀ ਹੈਲਪ ਬਹੁਤ ਕੀਤੀ। ਦੇਖੋ ਇਹ ਬੂਟਾ ਉਹਨਾਂ ਦਾ ਹੀ ਲਾਇਆ ਹੋਇਆ ਸੀ, ਅੱਛਾ ਤੇ ਮਤਲਬ ਜਿੱਦਾਂ ਹੁਣ ਵੀ ਕੋਈ ਵੀ ਦਿੱਕਤ ਹੁੰਦੀ ਮੈਂ ਉਹਨਾਂ ਕੋਲੇ ਜਾਣਾ ਨਹੀਂ। ਅੱਛਾ, ਗਾਈਡੈਂਸ ਉਹਨਾਂ ਦੀ ਸੀਗੀ ਜੀ, ਤੇ ਉਹਨਾਂ ਦੇ ਪਿੱਛੇ ਪਿੱਛੇ ਬਾਤ ਚੱਲਦੇ ਨੇ। ਮਤਲਬ ਕਿ ਉਹ ਜਿਵੇਂ ਸਟਾਰਟ ਕੀਤਾ ਸੀ ਵੀ ਤੁਹਾਨੂੰ ਗਾਈਡ ਕਰਨ ਵਾਲਾ ਬੰਦਾ ਸਹੀ ਹੋਣਾ ਬਿਲਕੁਲ ਚਾਹੀਦਾ। ਬਿਲਕੁਲ ਜੀ, ਬਿਲਕੁਲ ਤੁਸੀਂ ਕੁਝ ਵੀ ਕਰ ਸਕਦੇ। ਬਿਲਕੁਲ ਬਿਲकुल। ਅੱਛਾ, ਠੀਕ ਹੈ ਅਨੁਜ ਜੀ, ਥੈਂਕ ਯੂ ਸੋ ਮਚ ਅਗੇਨ, ਕੰਗ੍ਰੈਚੁਲੇਸ਼ਨਸ। थैंक यू। ਬਹੁਤ ਬਹੁਤ ਮੁਬਾਰਕ। थैंक यू।